ਜਿਹੜੀ ਨਵੀਂ ਵਾਰ ਆਪਾਂ ਨੇ ਸ਼ੁਰੂ ਕੀਤੀ ਸੀਗੀ ਬਿਹਾਗੜੇ ਰਾਗ ਦੇ ਵਿੱਚ ਆਪਾਂ ਨੇ ਚੌਥੀ ਪਾਤਸ਼ਾਹੀ ਦੀ ਵਾਰ ਲਈ ਸੀਗੀ ਤੇ ਦੂਸਰੀ ਪੌੜੀ ਆਪਾਂ ਨੇ ਲਈ ਸੀ। ਤੀਸਰੀ ਪੌੜੀ ਆਪਾਂ ਲੈ ਰਹੇ ਹਾਂ। ਉਸ ਤੋਂ ਪਹਿਲਾਂ ਸ਼ਲੋਕ ਹੈ ਤੀਸਰੀ ਪਾਤਸ਼ਾਹੀ ਦਾ। ਸ਼ਲੋਕ ਮਹਲਾ ਤੀਜਾ। ਗੁਰਮੁਖ ਸੱਚਾ ਭਾਵਦੇ ਦਰ ਸੱਚਾ ਸਚਿਆਰ। ਦੇਖੋ ਇਸ ਤਰੀਕੇ ਦੇ ਨਾਲ ਗੱਲ ਬਣਨੀ ਆ। ਗੁਰਮੁਖ ਪਹਿਲਾਂ ਤਾਂ ਜਿਹੜਾ ਹੈਗਾ ਗੁਰੂ ਮਿਲਣਾ ਚਾਹੀਦਾ ਹੈ, ਬ੍ਰਹਮ ਗਿਆਨੀ ਮਿਲਣਾ ਚਾਹੀਦਾ, ਭਾਈ ਉਸਤਾਦ ਮਿਲਣਾ ਚਾਹੀਦਾ ਹੈ। ਗੁਰਮੁਖ ਹੈ ਸੱਚਾ ਭਾਵਦੇ ਤੇ ਗੁਰੂ ਦੇ ਅਨੁਸਾਰ ਜਿਹੜੇ ਚੱਲਦੇ ਆ ਉਹ ਸੱਚੇ ਨੂੰ ਪਾ ਜਾਂਦੇ ਆ, ਫਿਰ ਉਸ ਮਾਲਕ ਪਰਮਾਤਮਾ ਨੂੰ ਪਾ ਜਾਂਦੇ ਆ। ਕੀ ਮਤਲਬ? ਗੁਰੂ ਜਿਹੜਾ ਹੈਗਾ ਉਹਨੇ ਕਹਿਣਾ ਵੀ ਆਪਣੇ ਅੰਦਰ ਦੇਖ, ਆਪਣੇ ਔਗੁਣ ਦੇਖ, ਆਪਣੇ ਘਰ ਦੀ ਸਫਾਈ ਕਰ ਰੋਜ਼ ਸਵੇਰੇ ਸ਼ਾਮ, ਔਰ ਸੱਚ ਦਾ ਧਾਰਨੀ ਹੋ ਜਾ, ਸੱਚ ਦੇ ਉੱਤੇ ਚੱਲ। ਔਰ ਸਾਰੇ ਜਿੰਨੇ ਵੀ ਹੈਗੇ ਲੋਕੀ ਜੀਵ ਉਹ ਸਾਰੇ ਉਸ ਮਾਲਕ ਪਰਮਾਤਮਾ ਦੇ ਹੈਗੇ, ਤੇਰੇ ਵਰਗੇ, ਤੂੰ ਉਹਨਾਂ ਵਰਗਾ ਹੀ ਹੈਗਾ ਹੈ। ਆ ਗੁਰਮੁਖ ਸਿਸਟਮ ਤੇ ਇਹਦੇ ਉੱਤੇ ਜਿਹੜੇ ਹੈਗੇ, ਜਿਹੜੇ ਇਸ ਰਸਤੇ ਤੇ ਚੱਲਦੇ ਆ ਉਹ ਸੱਚੇ ਨੂੰ ਪਾ ਜਾਂਦੇ ਆ। ਸੱਚੇ ਨੂੰ ਜੇ ਇੱਕ ਮਾਤਰਾ ਹੋਏ ਸੱਚੇ, ਉਹ ਸੱਚੇ, ਇਹ ਸੱਚਾ ਹੈ, ਸੱਚੇ ਨੂੰ ਭਾਵਦੇ ਪਾ ਜਾਂਦੇ ਆ। ਦਰੇ ਸੱਚੇ ਸਚਿਆਰ, ਉਹ ਮਾਲਕ ਦੇ ਦਰ ਤੇ ਜਿਹੜੇ ਹੈਗੇ ਸੁਰਖਰੂ ਹੋ ਜਾਂਦੇ ਆ, ਉਹ ਵੀ ਸਚਿਆਰ ਹੋ ਜਾਂਦੇ ਆ, ਪਾਸ ਆਊਟ ਹੋ ਜਾਂਦੇ ਆ। ਸਾਜਨ ਮਨੇ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਔਰ ਐਸੇ ਸੱਜਣ ਜਿਹੜੇ ਹੁੰਦੇ ਆ, ਸਾਜਨ ਨੰਨਾ ਮੁਕਤਾ ਹੈ, ਐਸੇ ਸੱਜਣ, ਉਹ ਸੱਜਣ ਪੁਰਸ਼ ਹੈਗੇ। ਐਸੇ ਸੱਜਣ ਜਿਹੜੇ ਹੈਗੇ ਉਹਨਾਂ ਦੇ ਮਨ 'ਚ ਖੁਸ਼ੀ ਹੁੰਦੀ ਹੈ, ਸ਼ਾਂਤੀ ਹੁੰਦੀ ਹੈ। ਗੁਰ ਕਾ ਸ਼ਬਦ ਵਿਚਾਰ, ਕਿਉਂਕਿ ਉਹ ਗੁਰੂ ਦੀ ਮੱਤ ਲੈਂਦੇ ਆ, ਜੋ ਗੁਰੂ ਕਹਿ ਰਹੇ ਆ ਉਹਨੂੰ ਵਿਚਾਰਦੇ ਆ। ਔਰ ਅੰਤਰ ਸ਼ਬਦ ਵਸਾਇਆ, ਉਸ ਸ਼ਬਦ ਨੂੰ ਆਪਣੇ ਅੰਦਰ ਵਸਾ ਲੈਂਦੇ ਆ। ਜੋ ਬ੍ਰਹਮ ਗਿਆਨੀ ਕਹਿ ਰਿਹਾ, ਜੋ ਗੁਰੂ ਕਹਿ ਰਿਹਾ, ਜੋ ਕਾਰਵਾਈ ਕਰਨ ਵਾਸਤੇ ਉਹਨੂੰ ਟਾਪ ਪ੍ਰਾਇਰਟੀ 'ਤੇ ਲੈ ਕੇ ਆਉਂਦੇ ਆ। ਜੀਵਨ ਦਿਨ ਚਰਿਆ ਦਾ ਸਭ ਤੋਂ ਇੰਪੋਰਟੈਂਟ, ਸਭ ਤੋਂ ਜ਼ਰੂਰੀ ਕੰਮ ਇਹ ਅੰਦਰ ਵਸਾ ਲੈਂਦੇ ਆ, ਆਪਣੇ ਹਿਰਦੇ ਦੇ ਵਿੱਚ ਵਸ ਜਾਂਦਾ ਉਹਨਾਂ ਦੇ। ਸਭ ਤੋਂ ਜ਼ਰੂਰੀ ਕੰਮ ਆ ਹੋਣਾ ਚਾਹੀਦਾ। ਬਾਕੀ ਜਿਹੜੇ ਹੈਗੇ ਉਹ ਪਿਛੜ ਜਾਣ ਤੇ ਪਿਛੜ ਜਾਣ। ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ। ਇਸ ਤਰ੍ਹਾਂ ਜਿਹੜਾ ਹੈਗਾ ਦੁੱਖ ਜਨਮ ਮਰਨ ਦਾ ਕੱਟਿਆ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਚਾਨਣ ਹੋ ਜਾਂਦਾ ਹੈ, ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉਹਨਾਂ ਦਾ ਇਹ ਚਾਨਣ ਕਰਦਾ ਹੈ ਮਾਲਕ ਪਰਮਾਤਮਾ ਕਰਤਾਰ। ਕਰਤਾਰ ਨੇ ਗੁਰੂ ਮਿਲਾਉਣਾ ਹੈ, ਬ੍ਰਹਮ ਗਿਆਨੀ ਮਿਲਾਉਣੇ ਆ, ਬ੍ਰਹਮ ਗਿਆਨ ਦੇਣਾ ਆ। ਨਾਨਕ ਰੱਖਣ ਹਾਰਾ ਰੱਖ ਸੀ ਆਪਣੀ ਕਿਰਪਾ ਧਾਰ। ਇਸ ਤਰੀਕੇ ਦੇ ਨਾਲ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਹੋਰ ਕੋਈ ਮਾਇਆ ਤੋਂ ਨਹੀਂ ਰੱਖ ਸਕਦਾ ਆਪਾਂ ਨੂੰ। ਮਾਇਆ ਉਸ ਮਾਲਕ ਪਰਮਾਤਮਾ ਦੀ ਬਣਾਈ ਹੋਈ ਆ, ਜਿਸ ਮਾਲਕ ਪਰਮਾਤਮਾ ਤੋਂ ਉੱਪਰ ਕੋਈ ਨਹੀਂ ਹੈਗਾ। ਤੇ ਉਸ ਦੀ ਬਣਾਈ ਹੋਈ ਮਾਇਆ ਜਿਹੜੀ ਹੈਗੀ, ਇਹਨੂੰ ਠੱਲ ਪਾਉਣੀ, ਇਹਨੂੰ ਰੋਕਣਾ ਉਸੇ ਮਾਲਕ ਪਰਮਾਤਮਾ ਦਾ ਹੀ ਕੰਮ ਹੈਗਾ। ਇਸ ਤਰੀਕੇ ਦੇ ਨਾਲ ਉਹ ਰੱਖਣਹਾਰਾ ਇਸ ਮਾਇਆ ਤੋਂ, ਜਨਮ ਮਰਨ ਤੋਂ ਆਪਾਂ ਨੂੰ ਰੱਖ ਲੈਂਦਾ ਆ ਉਸ ਮਾਲਕ ਪਰਮਾਤਮਾ ਦੀ ਕਿਰਪਾ ਹੈਗੀ ਆ। ਤੇ ਇਹ ਕਿਰਪਾ ਜਿਹੜੀ ਹੈਗੀ ਆ, ਕੋਈ ਵੀ ਜਿਹੜਾ ਹੈਗਾ ਇਹ ਕਿਰਪਾ ਲੈ ਸਕਦਾ ਹੈ, ਕੋਈ ਵੀ ਹੱਥ ਖੜਾ ਕਰ ਸਕਦਾ ਹੈ ਭਾਈ
मैं किरपा लेना चाहना है। हाँ जी वीर जी। हाँ जी ठीक है निजर साहब, मेरी आवाज ठीक आ रही है? हाँ जी हाँ जी बिल्कुल वधिया आ रही जी। ਤੁਸੀਂ ਫਿਰ ਖੜਖੜ ਸ਼ੁਰੂ ਕਰਤੀ ਆ। नहीं खड़खड़ आ रही है? ਹਾਂ ਹੁਣ ਆਈ ਨਾ, ਉਹ ਤੁਸੀਂ ਜਿਹੜਾ ਹੈਗਾ ਨਾ ਉਹਦੀ ਡਿਸਟਰਬੈਂਸ 2 ਵਾਰੀ ਆਈ। ਆਵਾਜ਼ ਤੇ ਠੀਕ ਹੈ ਨਿਜਰ ਸਾਹਿਬ, ਪਰ ਇਹਦੇ ਚ ਨਾ ਇਕੋ ਆਉਂਦੀ ਹੈ ਜਦੋਂ ਮੈਂ ਡਾਇਰੈਕਟ ਕਰਦਾ। ਤੇ ਚਲੋ ਕੋਈ ਗੱਲ ਨਹੀਂ, ਹੁਣ ਕਰਦੇ ਹਾਂ ਟਰਾਈ। ਹਾਂਜੀ ਹਾਂਜੀ ਦੇਖੋ ਦੇਖੋ ਇਹ ਤੁਕ ਫਿਰ ਦੁਬਾਰਾ ਬੋਲੋ। ਗੁਰ ਸੱਚੇ ਗੁਰਮੁਖ ਸੱਚੇ ਭਾਵ ਦੇ ਦਲ ਸੱਚੇ ਸਚਿਆਰ। ਹਾਂ ਗੁਰਮੁਖ ਖੱਖੇ ਦੀ ਸਿਆਰੀ ਹੈ। ਗੁਰੂ ਦੇ ਰਾਹੀਂ ਬ੍ਰਹਮ ਗਿਆਨੀਆਂ ਦੇ ਰਾਹੀਂ ਜਿਹੜੇ ਚੱਲਦੇ ਆ ਬ੍ਰਹਮ ਗਿਆਨੀਆਂ ਦੇ ਦੱਸੇ ਰਸਤੇ ਤੇ, ਉਹ ਸੱਚਾ ਪਰਮਾਤਮਾ ਨੂੰ ਜਿਹੜਾ ਸੱਚਾ ਆ ਭਾਵਦੇ ਭਾ ਜਾਂਦੇ ਆ ਦਰੇ ਉਸ ਦੇ ਦਰ ਤੇ ਸੱਚਾ ਸਚਿਆਰ, ਉਹ ਸੱਚੇ ਹੋ ਜਾਂਦੇ ਆ, ਸਚਿਆਰ ਹੋ ਜਾਂਦੇ ਆ। ਹਾਂਜੀ ਠੀਕ ਹੈ ਜੀ। ਇੱਥੇ ਦੇਖੋ ਕਿ ਜਿਹੜਾ ਸੱਚਾ ਹੈ, ਜੋ ਸਚਿਆਰ ਹੋ ਗਿਆ ਹੈ, ਉਹੀ ਇਸ ਮਾਰਗ ਤੇ ਅਸਲੀ ਯਾਤਰਾ ਪੂਰੀ ਕਰਦਾ ਹੈ। ਕਿਉਂਕਿ ਦਰ ਸੱਚੇ ਸਚਿਆਰ, ਕਿਉਂਕਿ ਸੱਚ ਦੇ ਉੱਤੇ ਹੀ ਗੱਲ ਆਖਿਰ ਤੇ ਨਿਭਣੀ ਹੈ। ਆਪਾਂ ਜੋ ਵੀ ਕਰਦੇ ਆ ਆਖਿਰ ਤੇ ਜਿਹੜਾ ਜੀਵਨ ਹੈ ਨਾ, ਦੇਖੋ ਜੀਵਨ ਸੱਚ ਤੇ ਹੀ ਰਹਿਣਾ ਹੈ। ਜੀਵਨ ਦੇ ਵਿੱਚ ਪ੍ਰਾਪਤੀ ਜਿਹੜੀ ਹੈਗੀ ਉਹ ਸੱਚ ਦੀ ਹੈ। ਸੱਚ ਹੋ ਗਏ, ਤੁਹਾਡੇ ਕਰਮ ਸੱਚੇ ਹੋ ਗਏ, ਤੁਹਾਡੀ ਸੋਚ ਸੱਚੀ ਹੋ ਗਈ, ਤੁਹਾਡੀ ਦ੍ਰਿਸ਼ਟੀ ਸੱਚੀ ਹੋ ਗਈ, ਤੁਹਾਡੇ ਕੰਨ ਸੱਚੇ ਹੋ ਗਿਆ, ਤੁਹਾਡਾ ਮੂੰਹ ਸੱਚਾ ਹੋ ਗਿਆ, ਤੇ ਯਾਤਰਾ ਪੂਰੀ ਹੋ ਗਈ। ਜਿੰਨਾ ਚਿਰ ਤੱਕ ਮਲੀਨਤਾ ਹੈ ਯਾਤਰਾ ਪੂਰੀ ਨਹੀਂ ਹੈ, ਅਜੇ ਰਾਹ ਛੀਨ। ਤੇ ਜਦੋਂ ਆਪਣੀ ਯਾਤਰਾ ਪੂਰੀ ਹੋ ਗਈ ਹੈ, ਆਪਾਂ ਸੱਚੇ ਹੋ ਗਏ ਆ, ਤੇ ਫਿਰ ਸਮਝ ਲਓ ਆਪਣਾ ਕਾਰਜ ਪੂਰਾ ਹੋ ਗਿਆ। ਕਿਉਂਕਿ ਆਖਰ ਤੇ ਨਿਜਰ ਸਾਹਿਬ ਸੱਚ ਤੇ ਗੱਲ ਨਿਭਣੀ ਹੈ। ਬਿਲਕੁਲ ਨਿਭਣੀ ਹੈ ਜੀ। ਜੇ ਆਪਾਂ ਸੋਚੀਏ ਨਾ ਕਿ ਨਿਜਰ ਸਾਹਿਬ ਝੂਠ ਦੇ ਵਿੱਚ ਆਪਾਂ ਰਹਿ ਕੇ ਜੀਵਨ ਬਤੀਤ ਕਰੀ ਜਾਈਏ ਤੇ ਸੱਚਿਆਰ ਹੋ ਗਏ ਤਾਂ ਉਹ ਗੱਲ ਬਣਨੀ ਨਹੀਂ। ਨਹੀਂ 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 ਬਿਲਕੁਲ ਨਹੀਂ ਬਣਨੀ। ਹਾਂ ਦੇਖੋ ਤੁਸੀਂ ਪਾਠ ਕੀਤਾ, ਬਾਣੀ ਵੀ ਕਹਿੰਦੀ ਵੇਦ ਪੜ੍ਹੇ ਔਰ ਹੋਰ ਵੀ ਬੜਾ ਕੁਝ ਕੀਤਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਵਿਚਾਰ ਕੀਤੀ, ਗਿਆਨ ਦੀ ਵਿਚਾਰ ਕੀਤੀ ਹੈ। ਔਰ ਨਿਵਲ ਭੁਯੰਗਮ ਸਾਧੇ, ਔਰ ਜਿਹੜਾ ਜੋਗੀਆਂ ਵਾਂਗੂ ਰਾਮਦੇਵ ਵਾਂਗੂ ਬਥੇਰੇ ਯੋਗ ਵੀ ਕਰਕੇ ਦੇਖ ਲਏ। ਤੇ ਇਹਨਾਂ ਦੇ ਨਾਲ ਤਾਂ ਸਚਿਆਰ ਹੋਏ ਨਹੀਂ ਭਾਈ। ਪੰਜ ਜਨਾਂ ਸੇ ਸੰਗ ਨਾ ਛੁਟਕਿਓ, ਇਹਨਾਂ ਦੇ ਨਾਲ ਤਾਂ ਸਚਿਆਰ ਹੋਏ ਨਹੀਂ। ਇਹ ਤਾਂ ਕੁੜਿਆਰ ਹੀ ਰਹਿ ਗਏ ਇਹਨਾਂ ਦੇ ਕੂੜਿਆਂ ਦੇ ਨਾਲ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ। ਇਹਨਾਂ ਦੇ ਸਾਥ ਤਾਂ ਛੁੱਟਿਆ ਨਹੀਂ ਪਾਏ। ਹਾਂਜੀ ਵੀਰ ਜੀ। ਹਾਂਜੀ ਤੇ ਇਹ ਆਖਰ ਤੇ ਗੱਲ ਜੋ ਹੈ ਉਹ ਸੱਚ ਦੇ ਉੱਪਰ ਟਿਕਦੀ ਹੈ। ਇਹ ਸਾਧ ਸੰਗੀ ਦੱਸੋ, ਨਿਜਰ ਸਾਹਿਬ ਦੀ ਆਵਾਜ਼ ਮੈਨੂੰ ਕੱਟ ਕੇ ਸੁਣਾਈ ਦੇ ਰਹੀ ਹੈ ਕਿ ਜਾਂ ਵੈਸੇ ਹੀ ਕੱਟ ਕੇ ਆ ਰਹੀ ਹੈ? ਹੈਲੋ ਨਹੀਂ ਸਹੀ ਆਉਂਦੀ ਬੋਟੀ। ਅੱਛਾ ਫਿਰ ਮੈਨੂੰ ਹੀ ਕੱਟ ਕੇ ਆ ਰਹੀ ਹੈ। ਠੀਕ ਹੈ ਨਹੀਂ ਠੀਕ ਹੈ, ਬਹੁਤ ਸਾਰਾ ਦਵਾਈ ਠੀਕ ਹੈ। ਚਲੋ ਠੀਕ ਹੈ, ਕੋਈ ਨਹੀਂ। ਹਾਂਜੀ ਨਿਜਰ ਸਾਹਿਬ, ਹਾਂ ਅਗਲੇ ਤੁਕ ਬੋਲੋ ਨਿਜਰ ਸਾਹਿਬ। ਸਾਜਨ ਮਨੇ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਕਹਿੰਦੇ ਜਿਹੜੇ ਸੱਜਣ ਹੁੰਦੇ ਆ, ਸੱਜਣ ਜਿਹੜੇ ਹੈਗੇ, ਜਿਹੜੇ ਗੁਰੂ ਦੀ ਮੱਤ ਤੇ ਚੱਲਦੇ ਆ, ਜਿਹੜੇ ਸਚਿਆਰ ਹੋਣ ਲੱਗ ਜਾਂਦੇ ਆ, ਸਚਿਆਰ ਦੀ ਕੱਟ ਕੇ ਆ ਰਹੀ ਹੈ ਜੀ। ਵਾਹਿਗੁਰੂ ਜੀ ਤੁਹਾਡੀ ਆਵਾਜ਼ ਬਹੁਤ ਕੱਟ ਹੋ ਰਹੀ ਹੈ। ਵੱਡੇ ਵਾਹਿਗੁਰੂ ਜੀ ਤੁਹਾਡੀ ਆਵਾਜ਼ ਕੱਟ ਹੋ ਰਹੀ ਹੈ। ਮੇਰੀ ਸਹੀ ਗੱਲ ਹੈ, ਆਵਾਜ਼ ਨਹੀਂ ਸਾਫ਼ ਆ ਰਹੀ ਤੁਹਾਨੂੰ। ਮੇਰੀ ਆਵਾਜ਼ ਸਾਫ਼ ਨਹੀਂ ਆ ਰਹੀ? ਨਹੀਂ ਵਾਹਿਗੁਰੂ ਜੀ ਤੁਹਾਡੀ ਨਹੀਂ ਆਉਂਦੀ ਹੈਗੀ ਸਾਫ਼, ਬਾਕੀ ਸਾਰਾ ਹੀ ਸਾਫ਼ ਆ। एक सेकंड ठहर जो भाई, फिर मैं वापस आ जाना है। एक सेकंड ठहरो। ਹੁਣ ਦੇਖੋ ਜੀ ਆਵਾਜ਼ ਆ ਰਹੀ ਹੈ ਹੁਣ? ਹੈਲੋ ਹੈਲੋ। ਹਾਂਜੀ ਨਿਜਰ ਸਾਹਿਬ ਹੁਣ ਆ ਰਹੀ ਆਵਾਜ਼ ਜੀ?
ਹਾਂ ਠੀਕ ਹੈ। ਹੁਣ ਕੋਈ ਨਹੀਂ, ਤੁਸੀਂ ਬੋਲੋ, ਕੋਈ ਗੱਲ ਨਹੀਂ। ਹੁਣ ਜਿਹੜੀ ਰਿਕਾਰਡਿੰਗ 'ਚ ਫਿਰ ਸਾਧ ਸੰਗਤ ਜੀ ਰਿਕਾਰਡਿੰਗ 'ਚ ਸੁਣ ਲਿਓ, ਕਿਉਂਕਿ ਉਹ ਜਿੱਥੇ ਰਹਿ ਰਹੇ ਨੇਜਰ ਸਾਹਿਬ ਉੱਥੇ ਦਾ ਨੈਟਵਰਕ ਵੀ ਥੋੜਾ ਪਿੰਡ ਦਾ ਉਸ ਕਰਕੇ ਵੀ ਇੱਕ ਮੁਸ਼ਕਿਲ ਆ ਸਕਦੀ ਹੈ। ਹਾਂਜੀ ਠੀਕ ਹੈ ਜੀ। ਗੁਰਮੁਖ ਸੱਚੇ ਭਾਵ ਦੇ ਦਰ ਸੱਚੇ ਸੱਚਿਆਰ। ਦੇਖੋ ਸੱਚੇ ਤੇ ਸੱਚੇ ਦੀ ਹੀ ਵੈਲਿਊ ਹੈ। ਪਰਮਾਤਮਾ ਨੂੰ ਕੇਵਲ ਉਹ ਮਨੁੱਖ ਹੀ ਚੰਗਾ ਲੱਗਦਾ ਹੈ ਜਿਹੜਾ ਸੱਚਾ ਹੋ ਗਿਆ ਹੈ। ਤੇ ਦੇਖੋ ਜਿੰਨਾ ਚਿਰ ਤੱਕ ਆਪਾਂ ਸੱਚਿਆਰੇ ਨਹੀਂ ਹੋ ਜਾਂਦੇ ਉਹਨਾਂ ਚਿਰ ਤੱਕ ਇਹ ਜੀਵਨ ਦਾ ਜਿਹੜੀ ਖੇਡ ਹੈ ਇਹ ਪੂਰੀ ਨਹੀਂ ਹੁੰਦੀ। ਫਿਰ ਅਗਲੇ ਬੰਨੇ ਦੇਖੋ ਨਿੱਜਰ ਸਾਹਿਬ ਫਿਰ ਸਮਝਾਉਣਗੇ, ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਹਾਂ, ਪਹਿਲੀ ਚੀਜ਼ ਇਹ ਆ ਬਈ, ਹਾਂਜੀ ਥੋੜਾ ਸਰਲ ਕਰ। ਹਾਂਜੀ, ਪਹਿਲੀ ਚੀਜ਼ ਸੱਚੇ ਨੂੰ ਕਿਹੜੇ ਪਾਉਂਦੇ ਆ? ਜਿਹੜੇ ਭਾਈ ਸੱਚੇ ਕਿਵੇਂ ਹੋ ਸਕਦੇ ਆ? ਮਾਲਕ ਕਹਿੰਦਾ ਸੱਚੇ ਹੋਣ ਦਾ ਇੱਕੋ ਹੀ ਰਸਤਾ ਹੈਗਾ, ਇੱਕੋ ਹੀ ਤਰੀਕਾ ਹੈਗਾ, ਉਹ ਹੈਗਾ ਜਿਹੜਾ ਵੀ ਇਨਸਾਨ ਬ੍ਰਹਮ ਗਿਆਨੀਆਂ ਤੋਂ ਜਿਹੜੇ ਸੱਚੇ ਹੋ ਗਏ ਆ ਉਹਨਾਂ ਤੋਂ ਜੁਗਤੀ ਲਊਗਾ ਉਹ ਕਿਵੇਂ ਸੱਚੇ ਹੋਏ ਆ ਔਰ ਉਸ ਤਰੀਕੇ ਦੇ ਨਾਲ ਚੱਲੂਗਾ ਤੇ ਉਹੀ ਸੱਚੇ ਹੋ ਸਕਦੇ ਆ ਔਰ ਉਹ ਫਿਰ ਮਾਲਕ ਪਰਮਾਤਮਾ ਨੂੰ ਪਾਉਂਦੇ ਆ। ਔਰ ਉਹਦਾ ਇਹ ਨਿਸ਼ਾਨੀ ਹੈਗੀ ਆ, ਜਿਹੜੇ ਗੁਰੂ ਦੇ ਦੱਸੇ ਰਸਤੇ ਤੇ ਚੱਲਦੇ ਆ, ਸਾਜਨ ਮਨੇ ਆਨੰਦ ਹੈ, ਉਹਨਾਂ ਦੇ ਮਨ ਦੇ ਵਿੱਚ ਖੁਸ਼ੀ ਆਉਣੀ, ਸ਼ਾਂਤੀ ਆਉਣੀ ਜ਼ਰੂਰੀ ਹੈਗੀ। ਗੁਰ ਕਾ ਸ਼ਬਦ ਵਿਚਾਰ, ਔਰ ਗੁਰੂ ਦੇ ਸ਼ਬਦ, ਗੁਰੂ ਦੀ ਮੱਤ ਜਿਹੜੀ ਹੈਗੀ, ਜੋ ਗੁਰੂ ਗਿਆਨ ਦੇ ਰਿਹਾ ਆ, ਉਹਨੂੰ ਜਿਹੜੇ ਹੈਗੇ ਉਹ ਚੰਗੀ ਤਰ੍ਹਾਂ ਧਿਆਨ ਦੇ ਨਾਲ ਵਿਚਾਰਦੇ ਆ। ਔਰ ਅੰਤਰ ਸ਼ਬਦ ਵਸਾਇਆ ਦੁੱਖ ਕਟਿਆ ਚਾਨਣ ਕੀਆ ਕਰਤਾਰ। ਉਹ ਸ਼ਬਦ ਜਿਹੜਾ ਹੈਗਾ ਆਪਣੇ ਅੰਦਰ ਵਸਾਉਂਦੇ ਆ ਤੇ ਉਹਨਾਂ ਦਾ ਜਿਹੜਾ ਦੁੱਖ ਹੈਗਾ ਉਹ ਕੱਟ ਜਾਂਦਾ ਆ। ਔਰ ਉਹਨਾਂ ਦੇ ਅੰਦਰ ਜਿਹੜਾ ਹੈਗਾ ਇਹ ਗੁਰੂ ਦੀ ਮੱਤ ਦੇ ਦੁਆਰਾ, ਗੁਰੂ ਦੇ ਦੱਸੇ ਰਸਤੇ 'ਤੇ ਚੱਲਣ ਦੇ ਨਾਲ ਅੰਦਰ ਜਿਹੜਾ ਹੈਗਾ ਚਾਨਣ ਹੋ ਜਾਂਦਾ ਹੈ ਔਰ ਉਹਨਾਂ ਨੂੰ ਸਹੀ ਰਸਤਾ ਜਿਹੜਾ ਹੈਗਾ ਉਹ ਨਜ਼ਰ ਆਉਂਦਾ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਨੈਟਵਰਕ ਕਾਫੀ ਮਾੜਾ ਹੈ ਅੱਜ, ਚਲੋ ਕੋਈ ਨਹੀਂ, ਜੋ ਉਸ ਪਰਮਾਤਮਾ ਦਾ ਹੁਕਮ ਉਸੇ ਤਰ੍ਹਾਂ ਹੀ ਹੋਣਾ ਹੈ। ਦੇਖੋ ਸਾਜਨ ਮਨ ਆਨੰਦ ਹੈ ਗੁਰ ਕਾ ਸ਼ਬਦ ਵਿਚਾਰ। ਦੇਖੋ ਸਾਜਨ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਉਸ ਪਰਮਾਤਮਾ ਦੇ ਪਿਆਰ ਵਿੱਚ ਭਿੱਜ ਜਾਂਦੇ ਨੇ, ਉਹਨਾਂ ਦੇ ਅੰਦਰ ਜਿਹੜਾ ਮਨ ਆ ਉਹਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਦੇਖੋ ਮਨ ਦੇ ਅੰਦਰ ਆਨੰਦ ਪੈਦਾ ਹੋ ਜਾਣਾ, ਕੋਈ ਮਤਲਬ ਕੀ ਹੋ ਜਾਣਾ, ਕੋਈ ਅੰਦਰ ਕੋਈ ਚੀਜ਼ ਪ੍ਰਵੇਸ਼ ਨਹੀਂ ਕਰ ਜਾਂਦੀ। ਮਨ ਜਦੋਂ ਸਥਿਰ ਹੋ ਜਾਂਦਾ ਹੈ ਉਹ ਆਨੰਦਮਈ ਅਵਸਥਾ ਹੈ। ਉਸੇ ਅਵਸਥਾ ਨੂੰ ਸਹਿਜ ਅਵਸਥਾ ਕਿਹਾ ਹੈ, ਉਸੇ ਅਵਸਥਾ ਨੂੰ ਅਨਮਨੀ ਅਵਸਥਾ ਵੀ ਕਿਹਾ ਗਿਆ ਹੈ। ਆਨੰਦ ਤੋਂ ਭਾਵ ਜਦੋਂ ਮਸ਼ੀਨ ਬੰਦ ਹੋ ਗਈ ਆਟੋਮੈਟਿਕਲੀ ਆਨੰਦ ਬਣ ਜਾਂਦਾ। ਹੁਣ ਤੁਹਾਡੇ ਘਰ ਕੋਈ ਚੀਜ਼ ਚੱਲਦੀ ਹੈ, ਉਹਦੀ ਆਵਾਜ਼ ਆ ਰਹੀ ਹੈ, ਤੁਸੀਂ ਮਸ਼ੀਨ ਬੰਦ ਕਰ ਦਿਓ ਤੇ ਸਭ ਕੁਝ ਸ਼ਾਂਤ ਹੋ ਗਿਆ। ਇੱਥੇ ਮਨ ਦੇ ਅੰਦਰ ਆਨੰਦ ਉਦੋਂ ਪੈਦਾ ਹੋਣਾ ਹੈ ਜਦੋਂ ਮਨ ਸ਼ਾਂਤ ਹੋ ਗਿਆ, ਮਨ ਚੁੱਪ ਹੋ। ਜਿਹੜਾ ਮਨ ਵਿਚਾਰਾ ਬਿਨਾਂ ਮਤਲਬ ਦੇ ਵਿਚਾਰਾਂ ਵਿੱਚ ਭਟਕਦਾ ਰਹਿੰਦਾ ਸੀ, ਪਤਾ ਨਹੀਂ ਕਿੱਥੇ ਕਿੱਥੇ ਉੱਡਿਆ ਫਿਰਦਾ ਸੀ, ਹੁਣ ਕੀ ਹੋ ਗਿਆ, ਉਹ ਸ਼ਾਂਤ ਹੋ ਗਿਆ। ਗੁਰ ਕਾ ਸ਼ਬਦ ਵਿਚਾਰ, ਗੁਰ ਕਾ ਸ਼ਬਦ ਵਿਚਾਰ, ਇਹ ਥੋੜਾ ਸਰਲ ਕਰ ਦੋ ਨੇ ਜੈਸਾ। ਗੁਰ ਕਾ ਸ਼ਬਦ ਵਿਚਾਰ ਦਾ ਮਤਲਬ ਹੈ ਜੋ ਗੁਰੂ ਰਸਤਾ ਦੱਸ ਰਿਹਾ ਹੈ। ਸ਼ਬਦ ਦਾ ਮਤਲਬ ਅੱਖਰ ਨਹੀਂ ਹੁੰਦਾ, ਸ਼ਬਦ ਦਾ ਮਤਲਬ ਇਹ ਹੈ ਕਿ ਜੋ ਗੁਰੂ ਨੇ ਦੱਸਿਆ ਆ ਭਾਈ ਇਸ ਤਰੀਕੇ ਦੇ ਨਾਲ ਇਹ ਮਾਇਆ ਤੋਂ ਤੂੰ ਜਿਹੜਾ ਹੈਗਾ ਉੱਪਰ ਉੱਠ ਸਕਦਾ ਆ, ਵਿਸ਼ੇ ਵਿਕਾਰਾਂ ਤੋਂ ਉੱਪਰ ਉੱਠ ਸਕਦਾ ਆ, ਉਹ ਸਾਰਾ ਤਰੀਕਾ ਜਿਹੜਾ ਹੈਗਾ ਉਹਨੂੰ ਸ਼ਬਦ ਕਹਿੰਦੀ ਹੈ ਬਾਣੀ। ਉਹਨਾਂ ਨੇ ਗੁਰੂ ਦੀ ਮੱਤ ਨੂੰ ਵਿਚਾਰਿਆ। ਹਾਂਜੀ ਵੀਰ ਜੀ ਬਿਲਕੁਲ ਠੀਕ ਹੈ। ਇਹ ਦੋ ਤੁਕਾਂ ਮੈਂ ਇਕੱਠੀਆਂ ਬੋਲ ਦਿੰਦਾ। ਗੁਰ ਕਾ ਸ਼ਬਦ ਵਿਚਾਰ, ਪਹਿਲਾਂ ਤੇ ਉਹਨਾਂ ਨੇ ਜੋ ਗਿਆਨ ਪ੍ਰਾਪਤ ਕੀਤਾ, ਜਿੱਦਾਂ ਆਪਾਂ ਗੁਰੂਆਂ ਦਾ ਗਿਆਨ ਪ੍ਰਾਪਤ ਕਰਦੇ ਹਾਂ, ਇਹਦੇ ਨਾਲ ਉਹਨਾਂ ਦੀ ਵਿਚਾਰ ਸਾਡੇ ਅੰਦਰ ਪ੍ਰਵੇਸ਼ ਕਰਦੀ ਹੈ ਤੇ ਸਾਡੇ ਅੰਦਰ ਕਰਨ 'ਚ ਜੇ ਕੋਈ ਗੜਬੜ ਹੋਈ ਹੈ ਵਿਚਾਰ ਮੰਡਲ 'ਚ, ਦੇਖੋ ਵਿਚਾਰ ਨੂੰ ਵਿਚਾਰ ਨੇ ਕੱਟਣਾ ਹੈ। ਡਾਇਮੰਡ ਕੱਟ ਦਾ ਡਾਇਮੰਡ, ਹੀਰੇ ਨੂੰ ਹੀਰਾ ਕੱਟਦਾ ਹੈ। ਉਸੇ ਤਰ੍ਹਾਂ ਕਿਸੇ ਨੇ ਤੁਹਾਡੇ ਕੰਨ ਦੇ ਵਿੱਚ ਗਲਤ ਫਹਿਮੀ ਪਾ ਦਿੱਤੀ ਹੈ ਕਿ ਫਲਾਨਾ ਬੰਦਾ ਤੁਹਾਨੂੰ ਕਹਿ ਰਿਹਾ ਸੀ ਤੁਸੀਂ ਮਾੜੇ ਹੋ। ਹੁਣ ਇੱਕ ਦੂਜਾ ਬੰਦਾ ਮਿਲਿਆ, ਉਹ ਉਹੀ ਗੱਲ ਕਹਿੰਦਾ ਹੈ ਕਿ ਜੀ ਫਲਾਨਾ ਬੰਦਾ ਜਿਹੜਾ ਜਿਹਦਾ ਅਸੀਂ ਉਹ ਤੁਹਾਡੇ ਯਾਰ ਬੜੀ ਤਾਰੀਫ ਕਰ ਰਿਹਾ ਸੀ, ਤੁਸੀਂ ਬਹੁਤ ਚੰਗੇ ਇਨਸਾਨ। ਹੁਣ ਜਿਹੜੇ ਪਹਿਲੇ ਬੰਦੇ ਨੇ ਮਾੜੇ ਲਫ਼ਜ਼ ਬੋਲੇ ਨੇ, ਇਹ ਨਵੇਂ ਲਫ਼ਜ਼ਾਂ ਨੇ ਉਹਨਾਂ ਲਫ਼ਜ਼ਾਂ ਨੂੰ ਕੱਟ ਦੇਣਾ। ਅੱਖਰਾਂ ਨੂੰ ਅੱਖਰ ਕੱਟ ਸਕਦੇ ਆ, ਜਿੱਦਾਂ ਜ਼ਹਿਰ ਨੂੰ ਜ਼ਹਿਰ ਮਾਰਦਾ, ਇਸੇ ਤਰ੍ਹਾਂ ਜਿਹੜੀ ਕੁਬੁੱਧੀ ਹੈ ਉਸਨੂੰ ਬੁੱਧੀ ਦੇ ਨਾਲ ਨਸ਼ਟ ਕੀਤਾ ਜਾ ਸਕਦਾ ਹੈ। ਦੇਖੋ ਇਹ ਸ਼ਬਦ ਜਿਹੜਾ ਹੁੰਦਾ ਨਾ, ਸ਼ਬਦ ਵਿਚਾਰ ਦਾ ਮਤਲਬ ਇਹੋ ਹੀ ਹੈ। ਅੰਤਰ ਸ਼ਬਦ ਵਸਾਇਆ ਦੁੱਖ ਕੱਟਿਆ ਚਾਨਣ ਕੀਆ ਕਰਤਾਰ।
ਅੰਤਰ ਜਦੋਂ ਸਾਡੇ ਪ੍ਰਮਾਤਮਾ ਦਾ ਨਾਮ ਵਸਦਾ ਹੈ, ਫਿਰ ਕੀ ਹੁੰਦਾ ਹੈ ਕਿ ਜਿਹੜਾ ਹਨੇਰਾ ਦੂਰ ਹੋ ਜਾਂਦਾ ਹੈ, ਹਨੇਰਾ ਦੂਰ ਹੋ ਜਾਂਦਾ। ਇੱਥੇ ਚਾਨਣ ਜਿਹੜਾ ਕੀ ਆ ਨਾ, ਚਾਨਣ ਤੋਂ ਭਾਵ ਹੈ ਤੁਹਾਡੇ ਪ੍ਰਾਣ ਜਦੋਂ ਪ੍ਰਗਟ ਹੋ ਗਏ, ਜਦੋਂ ਦੇਖੋ ਤੁਹਾਡੇ ਅੰਦਰ ਜੀ ਪ੍ਰਾਣ ਊਰਜਾ, ਜਿਹਨੂੰ ਨਾਮ ਕਹਿ ਲਓ, ਕੁਛ ਵੀ ਕਹਿ ਲਓ, ਇੱਕ ਪ੍ਰਾਣ ਊਰਜਾ, ਬੰਦਾ ਉਸ ਨੂੰ ਬੰਦ ਕਰ ਦਿੰਦਾ। ਛੋਟੇ ਬੱਚਿਆਂ ਦੇ ਅੰਦਰ ਪੂਰੀ ਪ੍ਰਗਟ ਹੁੰਦੀ ਹੈ। ਛੋਟੇ ਬੱਚੇ ਕਿਤੇ ਥੱਕਦੇ ਨਹੀਂ, ਤੁਸੀਂ ਦੇਖੋ ਉਹ ਨਹੀਂ ਥੱਕਦੇ, ਕਿਉਂਕਿ ਉਹਨਾਂ ਦੇ ਅੰਦਰ ਉਹ ਪ੍ਰਾਣ ਊਰਜਾ ਪੂਰੀ ਖੇੜੇ ਤੇ ਹੁੰਦੀ ਹੈ। ਜਦੋਂ ਬੱਚਾ ਵੱਡਾ ਹੁੰਦਾ ਹੈ ਤੇ ਕਾਰਨ ਸਰੀਰ ਔਰ ਆਲਾ ਦੁਆਲਾ ਉਹਦੀ ਚੇਤਨਾ ਦਾ ਜਿਹੜਾ ਸਤਰ ਸੀ, ਉਚਾਈ ਸੀ, ਉਹਨੂੰ ਦੱਬ ਦਿੰਦਾ। ਕਈ ਗੱਲਾਂ ਉਹਦੇ ਮਨ 'ਚ ਪਾ ਦਿੰਦਾ ਹੈ ਵੀ ਆਹ ਨਹੀਂ ਤੂੰ ਕਰਨਾ, ਤੂੰ ਆਹ ਕਰਨਾ ਹੈ। ਉਹਦੇ ਵਿੱਚ ਕਈ ਗੱਲਾਂ ਚੰਗੀਆਂ ਵੀ ਹੁੰਦੀਆਂ ਤੇ ਜ਼ਿਆਦਾਤਰ ਅਸੀਂ ਆਪਣੀਆਂ ਜਿਹੜੀਆਂ ਸਾਡੀਆਂ ਸੋਚਾਂ ਨੇ, ਵਿਚਾਰਾਂ ਹੈ, ਅਸੀਂ ਉੱਥੇ ਮੜ ਦਿੰਦੇ। ਉਹ ਬੱਚੇ ਦੀ ਚੇਤਨਾ ਨੂੰ ਨੱਪ ਦਿੰਦੇ, ਦੱਸ ਦੇਈਦਾ ਕਿ ਆਹ ਬੰਦਾ ਮਾੜਾ ਹੀ, ਇਹਦੇ ਕਰਨਾ ਜਾਵੀਂ, ਇਹਨੂੰ ਸਾਸਰੀ ਕਰਨਾ ਬੁਲਾਵੀਂ, ਏਦਾਂ ਦੀਆਂ ਗੱਲਾਂ ਬਾਤਾਂ। ਠੀਕ ਹੈ, ਆਪਾਂ ਕਰਦੇ ਹਾਂ। ਜਾਂ ਤੇਰਾ ਚਾਚਾ ਮਾੜਾ ਹੀ, ਤੇਰੀ ਚਾਚੀ ਮਾੜੀ, ਉਹ ਤੇਰਾ ਤਾਇਆ ਮਾੜਾ, ਏਦਾਂ ਦੀਆਂ ਗੱਲਾਂ ਆਪਾਂ ਬੱਚੇ ਦੇ ਮਨ 'ਚ ਬਿਠਾ ਦਿੰਦੇ। ਜਦੋਂ ਬੱਚੇ ਦੇ ਅਚੇਤਨ ਮਨ 'ਚ ਚੱਲ ਜਾਂਦੀਆਂ, ਉਹ ਬੱਚਾ ਫਿਰ ਉਹਨਾਂ ਨੂੰ ਉਸੇ ਦਰਪਣ 'ਚੋਂ ਦੇਖਦਾ ਹੈ ਕਿ ਇਹ ਬੰਦੇ ਮਾੜੇ। ਮੰਮੀ ਨੇ ਕਹਿ ਦਿੱਤਾ, ਮੰਮੀ ਨੇ ਸਰਟੀਫਿਕੇਟ ਦੇ ਦਿੱਤਾ, ਮੰਮੀ ਜੱਜ ਸੀ, ਉਹ ਕਹਿੰਦੀ ਹੈ ਜੋ ਕਹਿੰਦੀ ਉਹ ਸਹੀ ਆ, ਪਰ ਮੰਮੀ ਜੋ ਵੀ ਕਹਿੰਦੀ ਉਹ ਸਹੀ ਨਹੀਂ ਹੈ। ਮੰਮੀ ਕਹਿੰਦੀ ਆ ਵੀ ਆ ਤੇਰੀ ਮਾਸੀ ਸਹੀ ਆ, ਮਾਸੜ ਸਹੀ ਆ, ਚਾਚਾ ਤਾਇਆ ਮਾਰੇ, ਪੁੱਤ ਉਹ ਨਹੀਂ, ਉਹ ਸਹੀ ਹੈਗੇ। ਹੁਣ ਮੰਮੀ ਸਹੀ ਕਹਿ ਰਹੀ ਹੈ ਜਾਂ ਗਲਤ ਕਹਿ ਰਹੀ ਹੈ, ਇਹ ਬੱਚੇ ਦੀ ਆਪਣੀ ਸੋਚ ਹੋਣੀ ਚਾਹੀਦੀ ਹੈ। ਕਿ ਹੋ ਸਕਦਾ ਮੰਮੀ ਕੋਈ ਆਪਣੀ ਪਰਸਨਲ ਕੋਈ ਉਹਦੀ ਪ੍ਰੋਬਲਮ ਹੋਵੇ, ਉਹਦੇ ਕਰਕੇ ਉਹਨੂੰ ਗਲਤ ਸਾਬਤ ਕਰਦਾ ਹੈ। ਉਹ ਬੰਦੇ 'ਚ ਕੋਈ ਚੰਗਿਆਈ ਵੀ ਹੋਊਗੀ, ਹੋ ਸਕਦਾ 2-4% ਕਿਤੇ ਉਹਨਾਂ ਦਾ ਬੈਡ ਐਕਸਪੀਰੀਅੰਸ ਹੋਊਗਾ, ਬੰਦਾ ਥੋੜੀ ਮਾੜਾ ਹੁੰਦਾ, ਪਰ ਜ਼ਿਆਦਾ ਕਰਕੇ ਆਪਾਂ ਉਸੇ ਨੂੰ ਕੈਰੀ ਔਨ ਕਰ ਲਈ। ਇਸੇ ਤਰ੍ਹਾਂ ਜਿਹੜਾ ਸ਼ਬਦ ਵਿਚਾਰ ਹੈ ਉਹ ਕੀ ਕਰਦਾ ਹੈ ਕਿ ਸਾਡੇ ਅੰਦਰ ਗਿਆਨ ਪੈਦਾ ਕਰਦਾ, ਸਾਨੂੰ ਇੱਕ ਦ੍ਰਿਸ਼ਟੀਕੋਣ ਦਿੰਦਾ ਹੈ, ਚੀਜ਼ ਨੂੰ ਵੇਖਣ ਦਾ ਨਜ਼ਰੀਆ ਬਦਲਦਾ ਹੈ। ਕਿਉਂਕਿ ਆਪਣੇ ਮਨ ਕਈ ਵਾਰੀ ਗਲਤ ਚੀਜ਼ ਨੂੰ ਆਪਾਂ ਸਹੀ ਸਮਝ ਲੈਂਦੇ ਆ ਤੇ ਸਹੀ ਚੀਜ਼ ਨੂੰ ਆਪਾਂ ਗਲਤ ਸਮਝ ਲੈਂਦੇ ਆ। ਗੁਰੂ ਜੀ ਸਾਨੂੰ ਇਹ ਸਮਝਾਉਂਦੇ ਕਿ ਜਿਹਨੂੰ ਤੂੰ ਗਲਤ ਸਮਝ ਰਿਹਾ ਅਸਲ ਤੇ ਸਹੀ ਉਹ ਆ, ਤੇ ਜਿਹਨੂੰ ਤੂੰ ਸਹੀ ਨਹੀਂ ਸਮਝਦਾ, ਪਰ ਜਿਹੜਾ ਗਲਤ ਜਿਹਨੂੰ ਤੂੰ ਸਹੀ ਸਮਝ ਰਿਹਾ ਉਹ ਗਲਤ ਹੀ। ਬਿਲਕੁਲ। ਮਾਂ-ਬਾਪ ਕੀ ਕਰਦੇ ਆ, ਬੱਚੇ ਦੇ ਅੰਦਰ ਕੀ ਗਲਤ ਚੇਤਨਾ ਪਾ ਦਿੰਦੇ। ਮਾਂ-ਬਾਪ ਜਿੱਥੇ ਵੀ ਜਾਂਦੇ, ਹੁਣ ਕਿਤੇ ਕਿਹੜੇ ਲੰਡੇ ਸਾਧ ਕੋ ਜਾਂਦੇ ਆ, ਉਹ ਬੱਚੇ ਨੂੰ ਉੱਥੇ ਲੈ ਜਾਂਦੇ ਆ। ਬਿਲਕੁਲ ਲੈ ਜਾਂਦੇ। ਹੁਣ ਉਹ ਬੱਚਾ ਜਿਹੜਾ ਉਹ ਲੈ ਜਾਂਦੇ ਆ, ਉਹ ਬੱਚਾ ਕਹਿੰਦਾ ਕੀ ਹੈ ਤੇ ਠੱਗ ਲੱਗਦਾ ਮੈਨੂੰ। ਉਹ ਕਹਿੰਦੀ ਨਹੀਂ ਪੁੱਤ, ਇਹ ਤਾਂ ਬਹੁਤ ਵੱਡਾ ਬ੍ਰਹਮ ਗਿਆਨੀ ਹੈ, ਏਦਾਂ ਨਹੀਂ ਸੋਚੀਦਾ, ਤੇ ਉਹ ਤੂੰ ਇਹਨਾਂ ਨੂੰ ਮੱਥਾ ਟੇਕ। ਉਹ ਏਦਾਂ ਕਰ ਕਰਕੇ ਉਹ ਇੱਕ ਅੰਨਾ ਬੰਦਾ ਡੁੱਬਿਆ ਹੁੰਦਾ, ਉਹ ਦੂਜੇ ਨੂੰ ਵੀ ਡੋਬ ਦਿੰਦਾ, ਉਹਨੂੰ ਸੋਚ ਵਿਚਾਰ ਕਰਨ ਦਾ ਮੌਕਾ ਨਹੀਂ ਦਿੰਦਾ। ਜਦ ਕਿ ਮੈਂ ਕਹਿੰਦਾ ਕਿ ਬੱਚੇ ਨੂੰ ਜਦੋਂ ਬੱਚਾ ਵੱਡਾ ਹੋ ਗਿਆ, ਉਹਨੂੰ ਆਜ਼ਾਦ ਛੱਡੋ, ਉਹਨੂੰ ਡਿਸੀਜਨ ਲੈਣ ਦਿਓ। ਹੁਣ ਇੱਕ 22 ਸਾਲ ਦਾ ਬੱਚਾ ਮੇਰੇ ਕੋਲ ਅੱਜ ਕਲੀਨਿਕ 'ਚ ਆਇਆ। 22 ਸਾਲ ਦਾ ਬੱਚਾ ਹੈ, ਉਹਦੇ ਵਿਚਾਰੇ ਦਾ ਹੇਅਰ ਫਾਲ ਇੰਨਾ ਸੀਰੀਅਸ ਹੈ, ਉਹਦੇ 60-70% ਵਾਲ ਡਿੱਗ। ਮੁੰਡਾ ਨਾਲ ਦੇ ਬਣੇ ਆਈਲੈਟਸ ਕਰਨ ਦੇ ਵੈਬਰ ਵਾਲਿਆਂ ਮੇਰੇ ਕੋ ਆਇਆ। ਮੈਂ ਛੋਟੇ ਤੂੰ ਕਾ ਕੀ ਕੀਤਾ, ਵਾਲ ਤੇਰੇ ਤੇ ਤੈਨੂੰ PRP ਕਰਾਉਣੀ ਚਾਹੀਦੀ, ਵਾਲ ਆਪਣੇ ਸਹੀ ਕਰਾ, ਤੇਰੀ ਹੇਅਰ ਫਾਲ ਦੀ ਪ੍ਰੋਬਲਮ ਹੋ ਰਹੀ ਹੈ। ਕਹਿੰਦਾ ਮੇਰੀ ਮੰਮੀ ਮਨਾ ਕਰਦੀ ਪਈ। ਮੈਂ ਕਿਹਾ ਚੰਗੀ ਤੇਰੀ ਮੰਮੀ। ਮੈਂ ਕਿਹਾ ਤੂੰ ਜਵਾਨ ਆ, 22 ਸਾਲ ਤੇਰੀ ਉਮਰ ਹੈ, ਤੂੰ ਮੈਂ ਆਪਣੀ ਮੰਮੀ ਦੀ ਉਂਗਲ ਫੜੀ ਫਿਰਨੇ ਆ, ਤੂੰ ਤੇ ਮਰ ਦੇਗਾ। ਮੈਂ ਮੇਰੇ ਬੱਚਾ ਨਿੱਕਾ ਜਿਹਾ ਬੱਚਾ ਵਾ, ਮੇਰਾ 14-15 ਸਾਲ ਦਾ ਬੱਚਾ, ਮੈਂ ਉਹਨੂੰ ਕੋਈ ਕੰਮ ਕਹਿ ਦਿੰਦਾ 16 ਸਾਲ ਦਾ, ਤੇ ਉਹ ਕਹਿੰਦਾ ਪਾਪਾ ਤੂੰ ਕਹਿ ਦੇ, ਬਾਕੀ ਕਰਨਾ ਕੰਮ ਕਿ ਨਹੀਂ ਕਰਨਾ ਇਹ ਮੇਰਾ ਫੈਸਲਾ ਵਾ। ਤੇ ਮੈਂ ਤੂੰ ਆਪਣੀ ਮਾਂ ਦੀ ਉਂਗਲ ਫੜੀ ਬੈਠਾ ਵਾ, 22 ਸਾਲ ਦਾ ਤੂੰ ਜਵਾਨ ਆ, ਤੈਨੂੰ ਆਲਰੇਡੀ ਸਰਕਾਰ ਨੇ ਪਾਵਰ ਦਿੱਤੀ ਆ, ਵੋਟ ਕਰ ਸਕਦਾ, ਤੇ ਤੇਰੇ ਹੇਅਰ ਤੇਰੇ ਵਾਲ ਡਿੱਗ ਰਹੇ, ਤੇਰੀ ਮਾਂ ਨੂੰ ਕੀ ਪਤਾ ਕਿ ਕਿਹੜੀ ਟ੍ਰੀਟਮੈਂਟ ਹੈ। ਸੋ ਕਈ ਵਾਰੀ ਮਾਂ ਬਾਪ ਵੀ ਬੱਚਿਆਂ ਤੇ ਨਾ ਉਹ ਸਾਰੀ ਉਮਰ ਚਾਹੁੰਦੇ ਕਿ ਸਾਡਾ ਬੱਚਾ ਉਂਗਲ ਫੜ ਕੇ ਬੈਠਾ ਰਹੇ। ਮੈਂ ਨਾ ਅੱਜ ਤੁਹਾਨੂੰ ਇੱਕ ਪੁਰਾਣੀ ਗੱਲ ਯਾਦ ਮੈਨੂੰ ਆਈ ਚ, ਕਾਫੀ ਸਾਲ ਹੈ, ਪਤਾ ਨਹੀਂ ਮੈਂ ਤੁਹਾਡੇ ਨਾਲ ਸ਼ਾਇਦ ਗੱਲ ਕੀਤੀ ਹੋਵੇ। ਡੈਡ ਨੇ ਨਾ ਮੈਨੂੰ ਕੋਈ ਕੰਮ ਕਰਨ ਵਾਸਤੇ ਕਿਹਾ, ਤੇ ਮੈਂ ਆਪਾਂ ਮਨਾ ਕਰਤਾ। ਮੈਂ ਡੈਡੀ ਮੈਂ ਨਹੀਂ ਕਰਨਾ। ਡੈਡੀ ਖੁਸ਼ ਹੋਇਆ ਤੇ ਚੱਲ ਗਿਆ। ਉਹ ਸਵਾਲ ਦਾ ਜਵਾਬ ਮੈਨੂੰ ਕਾਫੀ ਸਾਲ ਬਾਅਦ ਲੱਗਾ, ਜਦੋਂ ਮੇਰੇ ਮੁੰਡੇ ਨੇ ਇੱਕ ਮੈਨੂੰ ਕੰਮ ਕਰਨ ਵਾਸਤੇ ਕਿਹਾ, ਉਹਨੇ ਮਨਾ ਕਰਤਾ। ਮੈਨੂੰ ਚੰਗਾ ਲੱਗਾ। ਮੈਂ ਇਹ ਬੱਚਾ ਤੇ ਆਪਣੀ ਹੋਂਦ ਬਣਾਉਣ ਦਿਆ ਟੀਚਰ ਸਾਹਿਬ। ਬਿਲਕੁਲ। He's not mama boy anymore ਕਿ ਸਾਡੀ ਉਂਗਲ ਦੀ ਲੋੜ ਹੀ ਨਹੀਂ। ਉਹ ਬੱਚਾ ਆਪਣੀ ਸ਼ਖਸੀਅਤ ਨੂੰ ਆਇਡੈਂਟੀਫਾਈ ਕਰ ਰਿਹਾ, ਔਰ ਜ਼ਰੂਰੀ ਨਹੀਂ ਹੈ ਕਿ ਉਸਨੇ ਫੈਸਲਾ ਕਿੱਦਾਂ ਦਾ ਲਿਆ ਹੈ, ਬਟ ਉਹ ਚਾਹੁੰਦਾ ਕਿ ਮੇਰੇ ਸਵਾਲ ਨੇ ਮੈਂ ਆਪੇ ਹੱਲ ਕਰਾਂਗਾ, ਮੈਨੂੰ ਤੁਹਾਡੀ ਲੋੜ ਹੀ ਨਹੀਂ। ਸੋ ਉਸ ਦਿਨ ਮੈਂ ਬੜਾ ਖੁਸ਼ ਹੋਇਆ। ਮੈਂ ਮਹਿਸੂਸ ਕੀਤਾ ਕਿ ਮੁੰਡਾ ਤਾਂ ਜਵਾਨ ਹੋ ਗਿਆ। He's the same problem ਕਿ ਮੇਰੇ ਤੋਂ ਜੋ ਡੈਡ ਮੇਰੀ ਨੇ ਮੈਨੂੰ ਚੀਜ਼ ਸਿਖਾਈ ਸੀ, ਉਸ ਤੋਂ ਬਾਅਦ ਡੈਡ ਨੇ ਬੜਾ ਖੁਸ਼ ਹੋਇਆ, ਉਹਨੇ ਕੁਛ ਨਹੀਂ ਕਹਿਣਾ, ਚੱਲ ਗਿਆ।
ਉਹ ਚੀਜ਼ ਮੈਨੂੰ ਪਤਾ ਲੱਗਾ, ਉਹ ਕਈ ਸਾਲ ਪੁਰਾਣਾ ਸਵਾਲ ਉਦਣ ਹੱਲ ਹੋਇਆ। ਇਸੇ ਕਰਕੇ ਤੁਹਾਡੇ ਬੱਚੇ ਜਦੋਂ ਕੋਈ ਆਪਣੀ ਹੋਂਦ ਬਣਾਉਣਾ ਚਾਹੁੰਦੇ ਆ, ਪਲੀਜ਼ ਉਹਨਾਂ ਨੂੰ ਬਣਾਉਣ ਦਿਓ। ਕਿਉਂ ਉਹਨਾਂ ਨੂੰ ਵਿਚਾਰਿਆਂ ਨੂੰ ਲੱਭੀ ਜਾਂਦੇ ਜੁਲੇ ਦੀ ਭਾਵਨਾ ਸਾਨੂੰ ਕਿ ਤੈਨੂੰ ਨਹੀਂ ਪਤਾ ਕੱਪੜਾ ਕਿੱਦਾਂ ਖਿੱਚਣਾ ਹੈ, ਤੈਨੂੰ ਨਹੀਂ ਪਤਾ ਕਿਹੜਾ ਬੂਟ ਲੈਣਾ ਹੈ, ਆਹ ਰੰਗ ਏਦਾਂ ਦਾ ਤੂੰ ਲੈ ਲਿਆ, ਆਹ ਕਰ ਲਿਆ। ਏਦਾਂ ਨਾ ਕਰੋ, ਉਹਨਾਂ ਨੂੰ ਆਜ਼ਾਦੀ ਦਿਓ। ਲੈਟ them ਫਲਾਈ ਦਾ ਮਤਲਬ ਇੱਕ ਸੀਮਾ ਦੇ ਵਿੱਚ ਉਹਨਾਂ ਨੂੰ ਆਜ਼ਾਦੀ ਦਿਓ ਯਾਰ, ਤਾਂ ਹੀ ਤੇ ਉਹ ਬੱਚੇ ਵੱਡੇ ਡਿਸੀਜਨ ਲੈਣਗੇ। ਹੁਣ ਇੱਕ ਤੋਂ ਛੋਟਾ ਮੋਟਾ ਗਲਤ ਡਿਸੀਜਨ ਵੀ ਲਊਗਾ, ਕਮ ਸੇ ਕਮ ਉਹਦਾ ਸਬਕ ਹੈ। ਜੋ ਬੱਚਿਆਂ ਦੇ ਵਿੱਚ ਆਪਾਂ ਦੇਣਾ ਚਾਹੁੰਦੇ ਹਾਂ ਨਾ ਕਿ ਬੱਚੇ ਸਾਡੇ ਵਧੀਆ ਇਨਸਾਨ ਬਣ, ਉਹਨਾਂ ਨੂੰ ਆਜ਼ਾਦੀ ਦੇਈਏ। ਉਹਨਾਂ ਨੂੰ ਚੰਗੇ ਤੇ ਮਾੜੇ ਦਾ ਜੋ ਫਰਕ ਹੈ ਨਾ, ਦੇਖੋ ਕੁਝ ਚੀਜ਼ਾਂ ਤੁਸੀਂ ਸਿਖਾ ਸਕਦੇ ਜੋ 70 ਤੋਂ 80% ਜਿਹੜੀਆਂ ਨੇ ਬੱਚਿਆਂ ਨੇ ਖੁਦ ਗਲਤੀਆਂ ਕਰਕੇ ਸਿੱਖਣੀਆਂ ਨੇ। ਸਾਹਿਬ ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇਹ ਸੱਚ ਹੈ। ਸਾਡੇ ਕੋਲ ਇੱਥੇ ਨਾ ਬਾਹਰੋਂ ਆਏ ਸਾਡੇ ਰਿਸ਼ਤੇਦਾਰ ਆ, ਮੈਂ 13-14 ਪਤਾ 16 ਸਾਲ ਦਾ ਬੱਚੇ ਨੂੰ ਡਾਇਪਰ ਲੱਗਾ। ਮੈਂ ਹੈਰਾਨ ਹੋ ਗਿਆ, ਮੰਮੀ ਵੀ ਕਹੀ ਜਾਵੇ ਕਿ ਏਡਾ ਵੱਡੇ ਬੱਚੇ ਨੂੰ ਡਾਇਪਰ ਲਾਇਆ। ਉਸ ਤੋਂ ਬਾਅਦ ਮਾਂ ਦੀਆਂ 2 ਕੁੜੀਆਂ ਨੇ ਤੇ ਮਾਂ ਉਹਨਾਂ ਨੂੰ ਰੋਟੀਆਂ ਖਵਾਉਂਦੀ। ਮੰਮੀ ਕਹਿੰਦੀ ਕਿ ਵਾਟ ਇਜ਼ ਦਿਸ ਨੌਨਸੈਂਸ, ਕਿ ਏਡਾ ਵੱਡੇ ਬੱਚੇ ਨੇ ਇਹਨਾਂ ਨੂੰ ਮਾਂ ਰੋਟੀਆਂ ਖਵਾਉਂਦੀ ਹੈ। ਇਹ ਜੀ ਇਹਨਾਂ ਨੂੰ ਖਾਣਾ ਨਹੀਂ ਆਉਂਦਾ, ਉਹ ਨਹੀਂ ਖਾਣਾ ਆਉਂਦਾ, ਉਹ ਗਲਤ ਕਰਨਗੇ ਤਾਂ ਇਹਨੂੰ ਤੇ ਸਿੱਖਣਗੇ ਨਹੀਂ। ਸਾਹਿਬ ਕੱਪੜੇ ਲਿਪੜ ਜਾਣਗੇ, ਹੋਰ ਕੀ ਹੋ ਜਾਊਗਾ। ਤੇ ਮਾਂ ਰੋਟੀਆਂ ਤੋੜ ਕੇ ਇਹਨਾਂ ਦੇ ਮੂੰਹ ਚ ਪਾ ਰਹੀ ਆ। ਮੈਂ ਕਹਿੰਦਾ ਉਹ ਮਾਂ ਹੀ ਸਹੀ ਨਹੀਂ, ਉਹ ਬੱਚਿਆਂ ਨੂੰ ਅਪੰਗ ਬਣਾ ਕੇ ਬੈਠੀ ਹੋਈ ਹੈ। ਉਹ ਬੱਚੇ ਨੂੰ, ਉਹ ਛੋਟਾ ਬੱਚਾ, ਮੈਂ ਸੋਚਦਾ ਮਾੜੇ ਮੋਟੇ ਜਿਹੜੇ ਬੇਸਿਕ ਰੂਟੀਨ ਹੈ ਉਹ ਖੁਦ ਕਰੇ, ਅਸੀਂ ਖੁਦ ਕਰੀਏ। ਤੇ ਇਹ ਖਾਸ ਕਰਕੇ ਇਹ ਪ੍ਰੋਬਲਮ ਹੈਗੀ ਤੁਹਾਡੇ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸਭ ਜਿਹੜੇ ਬੱਚੇ ਨਾ, ਉਹ ਬੱਚੇ ਦੀ ਡਿਵੈਲਪਮੈਂਟ ਬਹੁਤੀ ਨਹੀਂ ਹੁੰਦੀ। ਬਹੁਤ ਮੈਂ ਜ਼ਿਆਦਾ ਬੱਚੇ ਵੇਖੇ, ਮਾਂ ਬਾਪ ਲੋੜ ਤੋਂ ਜ਼ਿਆਦਾ ਇੰਨੀ ਜ਼ਿਆਦਾ ਕੇਅਰ ਕਰਦੇ ਆ, ਉਹ ਬੱਚੇ ਦੀ ਡਿਵੈਲਪਮੈਂਟ ਨਹੀਂ ਹੋ ਰਹੀ। ਬੱਚਾ ਆਪਣੀ ਰੂਟੀਨ ਹੀ ਨਹੀਂ ਕਰ ਪਾ ਰਿਹਾ। ਕਿੱਡੇ ਬੱਚੇ ਹੋ ਜਾਂਦੇ ਆ, ਉਹ ਬੱਚਿਆਂ ਨੂੰ ਉਸੇ ਤਰ੍ਹਾਂ ਗੰਦੀਆਂ ਹੀ ਆਦਤਾਂ ਪੈ ਜਾਂਦੀਆਂ। ਜਿਹੜੇ ਬੱਚੇ ਨੂੰ ਡਾਇਪਰ ਲਾਇਆ ਵਾ, ਉਹ ਬੱਚਾ ਤੇ ਇੰਡੀਪੈਂਡੈਂਟ ਆਪਣੇ ਆਪ ਨੂੰ ਟੇਕ ਕੇਅਰ ਕਰਨੀ ਚਾਹੀਦੀ। ਸੋ ਇਸੇ ਤਰ੍ਹਾਂ ਬਾਣੀ ਵੀ ਸਾਨੂੰ ਸਿਖਾਉਂਦੀ ਆ। ਉਹ ਕਹਿੰਦੀ ਕਿਸੇ ਦਾ ਗੁੱਟ ਨਾ ਫੜ, ਤੂੰ ਮਰਦ ਬਣ, ਤੂੰ ਮੈਦਾਨ ਚ ਉਤਰ, ਸਹੀ ਤੇ ਗਲਤ ਦਾ ਫੈਸਲਾ ਤੂੰ ਕਰ। ਕਿਸੇ ਕਿਤਾਬਾਂ ਚ ਪੜ੍ਹ ਕੇ ਨਹੀਂ ਫੈਸਲਾ ਕਰਨਾ, ਇਹ ਤੇਰੀ ਬੁੱਧੀ ਨੂੰ ਇਹ ਡਿਸਾਈਡ ਕਰਨਾ ਚਾਹੀਦਾ, ਕਿਉਂਕਿ ਜੀਵਨ ਤੇਰਾ ਹੈ। ਦੂਜੇ ਦੇ ਕਹਿ ਤੇ ਕੀ ਕਰੇਗਾ ਤੂੰ? ਫਿਰ ਤੇ ਤੂੰ ਸਾਰੀ ਜ਼ਿੰਦਗੀ ਫਿਰ ਲੋਕਾਂ ਦਾ ਮੂੰਹ ਵੇਖੀ ਜਾਈਂ, ਤੈਨੂੰ ਦੱਸੀ ਜਾਣਗੇ। ਮਾੜਾ ਜਿਹਾ ਸਾਧ ਬਣ ਗਿਆ, ਤੈਨੂੰ ਸਮਝਾਊਗਾ ਆਹ ਕਰੋ ਆਹ ਨਾ ਕਰੋ। ਬਾਣੀ ਚ ਏਦਾਂ ਕੁਛ ਵੀ ਨਹੀਂ ਕਿਹਾ। ਬਾਣੀ ਕਹਿੰਦੀ ਆ ਤੂੰ ਆਪਣੀ ਜਿਹੜੀ ਤੇਰੀ ਕਿਸ਼ਤੀ ਹੈ ਉਹਦਾ ਕੰਟਰੋਲ ਆਪਣੇ ਹੱਥ 'ਚ ਰੱਖ। ਕੋਈ ਤੇਰੇ ਨਾਲ ਜਾ ਨਹੀਂ ਸਕਦਾ। ਤੂੰ ਆਪਣੀ ਕਿਸ਼ਤੀ ਨੂੰ ਆਪ ਡਾਇਰੈਕਸ਼ਨ ਦੇ, ਕਿੱਥੇ ਕਮੀ ਪੇਸ਼ੀ ਹੈ ਇਹ ਫੈਸਲਾ ਤੇਰਾ ਹੈ, ਤੂੰ ਦੇਖ। ਕਿਸੇ ਦੇ ਕਹਿਣ ਅਨੁਸਾਰ ਚੱਲੇਗਾ। ਹੁਣ ਵੀ ਅੱਜ ਕੱਲ ਕਥਾ ਚ ਆਇਆ ਸੀ ਤੇ ਉਹ ਬਾਬਾ ਜੀ ਪਤਾ ਨੀ ਮੰਜੀ ਸਾਹਿਬ ਤੋਂ ਕਥਾ ਕਰ ਰਹੇ ਨੇ। ਉਹ ਕਹਿੰਦੇ ਕੇਵਲ ਗੁਰਦੁਆਰੇ ਚ ਸਿੱਖ ਜਿਹੜੇ ਹੈਗੇ ਜੇ ਦਾਨ ਦੇਣਾ ਨੇ ਤਾਂ ਕੱਲਾ ਗੁਰਦੁਆਰੇ ਦਿਓ, ਸਿੱਖਾਂ ਨੂੰ ਦਿਓ, ਸਿੱਖਾਂ ਨੂੰ ਦਾਨ ਦਿਓ, ਬਸ ਸਿੱਖਾਂ ਨੂੰ ਦਾਨ ਦਿਓ। ਇਹ ਆਪ ਜਸਟ ਦੇਖੋ, ਪਰ ਗੁਰੂ ਗ੍ਰੰਥ ਸਾਹਿਬ ਚ ਇਦਾਂ ਦੀ ਤੋਕੀ ਨਹੀਂ ਹੈਗੀ ਕਿ ਸਿੱਖਾਂ ਨੂੰ ਦਾਨ ਦਿਓ। ਉੱਥੇ ਤੇ ਕਿਤੇ ਵੀ ਲਿਖੇ ਨਹੀਂ ਕਿ ਸਾਡੇ ਗੁਰਦੁਆਰੇ ਚ ਦਾਨ ਦਿਓ। ਉਹ ਤੇ ਕਹਿੰਦੇ ਕਿ ਅਕਲੀ ਸਾਹਿਬ ਸੇਵੀਏ, ਅਕਲੀ ਕੀਜੀਏ ਦਾਨ, ਉਹ ਤੇ ਕਹਿੰਦੇ। ਇਹ ਬੰਦੇ ਨੂੰ ਇਹ ਕਥਾ ਕਰ ਰਿਹਾ ਸੀ, ਇਹਦਾ ਫਰਜ਼ ਬਣਦਾ ਸੀ ਇਹ ਤੋਕੋ ਬੋਲਦਾ ਅਕਲੀ ਸਾਹਿਬ ਸੇਵੀਏ ਤੇ ਅਕਲੀ ਕੀਜੀਏ ਦਾਨ। ਤੁਸੀਂ ਦਾਨ ਦੇਣਾ ਹੈ ਤੇ ਆਪਣੀ ਅਕਲ ਨੂੰ ਲਿਆਓ ਅੱਗੇ, ਵੇਖੋ ਕਿ ਕਿੱਥੇ ਦਾਨ ਦੇਣਾ ਜ਼ਰੂਰੀ ਹੈ ਤੇ ਕਿੱਥੇ ਦੇਣਾ ਨਹੀਂ ਜ਼ਰੂਰੀ। ਇਹ ਤੇ ਬਾਣੀ ਦਾ ਅਰਥ ਹੁੰਦਾ, ਤੇ ਪਰ ਜਿਹੜਾ ਉਹਨੇ ਅਨਰਥ ਕਰ ਦਿੱਤਾ। ਹੁਣ ਜਿਹੜਾ ਗੈਰ ਧਰਮੀ ਉਹ ਸੁਣੂਗਾ ਤੇ ਕਿੰਨਾ ਉਹਦੇ ਮਨ ਚ ਆਊਗਾ। ਇਹ ਬੜੇ ਨੈਰੋ ਮਾਈਂਡਡ ਹੈਗੇ ਹੈ। ਉਦਾਂ ਤੇ ਲੰਗਰ ਲਾਉਂਦੇ ਫਿਰਦੇ ਆ, ਉਦਾਂ ਤੇ ਕਹਿੰਦੇ ਸਾਡਾ ਰਵੀ ਸਿੰਘ ਹੈਗਾ ਬੜੀ ਹੈਲਪ ਕਰਦੇ ਆ ਵਾ, ਤੇ ਦੂਜੀ ਤਰਫ ਆੜਾ ਬਾਬਾ ਜੀ ਬੈਠੇ ਪਤਾ ਕੀ ਬੋਲੀ ਜਾ ਰਹੇ। ਸੋ ਇਹ ਗੱਲਾਂ ਧਿਆਨ ਦੇਣ ਦੀ ਲੋੜ ਹੈ। ਆਪਾਂ ਕਿਉਂ ਬੋਲਦੇ ਹਾਂ ਉਹਨਾਂ ਦੇ ਪ੍ਰਤੀ? ਦੇਖੋ ਆਪਾਂ ਉਸ ਇੱਕ ਛੋਟੀ ਜਿਹੀ ਕਮਿਊਨਿਟੀ ਦੇ ਹਿੱਸੇ ਹੈਗੇ, ਜਿੱਥੇ ਉਹ ਸਹੀ ਬੋਲਣਗੇ ਤਾਂ ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰਾਂਗੇ। ਜਿੱਥੇ ਕੋਈ ਗਲਤ ਬੋਲਦਾ ਹੈ ਛੋਟੇ ਲੈਵਲ ਤੇ ਹੀ ਸਹੀ, ਆਪਾਂ ਉਹਨੂੰ ਖੰਡਿਤ ਕਰਾਂਗੇ। ਠੀਕ ਹੈ ਜੀ। ਅਗਲੇ ਬਨੇ ਨੱਚਾ ਸਾਹਿਬ ਬੋਲੋ ਜੀ। ਇਸ ਤਰੀਕੇ ਦੇ ਨਾਲ ਨਾਨਕ ਰੱਖਣ ਹਾਰਾ ਰਖਸੀ ਆਪਣੀ ਕਿਰਪਾ ਧਾਰ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜੇ ਗੁਰੂ ਦੇ ਰਾਹੀਂ ਗੁਰੂ ਦੀ ਮੱਤ ਲੈ ਕੇ ਔਰ ਆਪਣੇ ਅੰਦਰ ਜਿਹੜੇ ਹੈਗੇ ਆ ਉਸ ਮੱਤ ਦੇ ਦੁਆਰਾ, ਉਸ ਚਾਨਣ ਦੇ ਦੁਆਰਾ ਆਪਣੇ ਅੰਦਰ ਦੇਖਦੇ ਆ ਔਰ ਸੱਚ ਔਰ ਝੂਠ ਦੀ ਪਰਖ ਕਰਦੇ ਆ ਔਰ ਸੱਚੇ ਰਸਤੇ 'ਤੇ ਤੁਰਦੇ ਆ।
ਇਸ ਤਰ੍ਹਾਂ ਫਿਰ ਉਹ ਮਾਲਕ ਪਰਮਾਤਮਾ ਕਿਰਪਾ ਕਰ ਦਿੰਦਾ ਹੈ ਔਰ ਉਹਨਾਂ ਨੂੰ ਜਿਹੜਾ ਹੈਗਾ ਰੱਖ ਲੈਂਦਾ ਹੈ ਭਾਈ ਮਾਇਆ ਤੋਂ, ਇਸ ਸੰਸਾਰ ਸਮੁੰਦਰ ਤੋਂ, ਇਹਦੇ ਵਿੱਚ ਡੁੱਬਣੋਂ ਬਚਾ ਲੈਂਦਾ ਹੈ। ਹਾਂਜੀ ਵੀਰ ਜੀ। ਆ ਵੇਖੋ ਉੱਪਰ ਜਿਹੜਾ ਬੰਦਾ ਇਹ ਗੱਲਾਂ ਤੇ ਆਪਣਾ ਧਿਆਨ ਦਿੰਦਾ ਹੈ, ਦੇਖੋ ਕੇਵਲ ਪ੍ਰਮਾਤਮਾ ਉਹਨੂੰ ਰੱਖਦਾ ਹੈ, ਸਾਰਿਆਂ ਨੂੰ ਨਹੀਂ। ਆ ਉੱਪਰ ਦੇਖ ਲਓ, ਜੋ ਸੱਚਿਆਰਾ ਹੋ ਜਾਂਦਾ ਹੈ, ਜਿਹਨੂੰ ਸੱਚ ਭਾਉਂਦਾ ਹੈ, ਜਿਹਨੂੰ ਸੱਚ ਚੰਗਾ ਲੱਗਦਾ ਹੈ, ਜਿਹੜਾ ਸੋਚ ਵਿਚਾਰ ਕਰਦਾ ਹੈ, ਜਿਹਦੇ ਮਨ 'ਚ ਆਨੰਦ ਆ ਗਿਆ ਹੈ, ਜਿਹਨੇ ਅਨਮਣੀ ਅਵਸਥਾ ਪ੍ਰਾਪਤ ਕਰ ਲਈ ਹੈ, ਜਿਹਦੇ ਅੰਦਰ ਸ਼ਬਦ ਦਾ ਵਾਸਾ ਹੋ ਗਿਆ ਹੈ, ਅੰਦਰ ਚਾਨਣ ਪ੍ਰਗਟ ਹੋ ਗਿਆ, ਨਾਦ ਪ੍ਰਗਟ ਹੋ ਗਿਆ, ਤੇ ਨਾਨਕ ਰੱਖਣ ਹਾਰ ਰੱਖੀ ਆਪਣੀ ਕਿਰਪਾ ਕਰ, ਫਿਰ ਉਹਨਾਂ ਨੂੰ ਰੱਖ ਲੈਂਦਾ। ਐ ਨਹੀਂ ਕਿ ਕੋਈ ਵੀ ਬੰਦਾ ਜਿੱਧਰ ਮਰਜ਼ੀ ਚੱਲ ਜੇ ਤੈਨੂੰ ਰੱਖ ਲੈਂਦਾ ਹੈ। ਉਹ ਕਹਿੰਦੇ ਇਹ ਵਿਚਾਰ ਕਰੋ, ਤੁਹਾਡੇ ਅੰਦਰ ਇਹ ਗੱਲਾਂ ਹੋਣੀਆਂ ਜ਼ਰੂਰੀ ਨੇ, ਤਾਂ ਹੀ ਪ੍ਰਮਾਤਮਾ ਦੇ ਘਰ 'ਚ ਤੁਸੀਂ ਕਬੂਲ ਜੋ, ਅਦਰਵਾਈਜ਼ ਤੁਸੀਂ ਪ੍ਰਕਿਰਤੀ ਦੇ ਵਿੱਚ ਹੀ ਘੁੰਮੋਗੇ ਔਰ ਸੰਸਾਰ 'ਚ ਤੁਸੀਂ ਆਉਂਦੇ ਜਾਂਦੇ ਰਹੋਗੇ। ਹਾਂਜੀ ਨਿਜਰ ਸਾਹਿਬ ਅੱਗੇ ਚੱਲੀ। ਅੱਗੇ ਮਹਾਰਾਜ ਦੱਸ ਰਹੇ ਭਾਈ, ਮਹੱਲਾ ਤੀਜਾ, ਗੁਰ ਕੀ ਸੇਵਾ ਚਾਕਰੀ ਪੈ ਰਚਕਾਰ ਕਮਾਏ। ਕਹਿੰਦੇ ਗੁਰੂ ਦੀ ਸੇਵਾ ਇਹ ਚਾਕਰੀ ਹੈ ਭਾਈ, ਉਸ ਮਾਲਕ ਪਰਮਾਤਮਾ ਦੀ ਭਗਤੀ। ਬਈ ਮਾਲਕ ਦੇ ਭੈ ਦੇ ਵਿੱਚ ਬਈ ਮੈਨੂੰ ਕੋਈ ਦੇਖ ਰਿਹਾ ਆ, ਮੈਨੂੰ ਇਹਦਾ ਹਿਸਾਬ ਦੇਣਾ ਪਊਗਾ। ਭੈ ਦੇ ਵਿੱਚ ਮਾਲਕ ਦੇ ਫਿਰ ਜਿਹੜਾ ਹੈਗਾ ਇਹ ਗੁਰੂ ਦੀ ਸੇਵਾ ਚਾਕਰੀ ਹੈਗੀ। ਇਹ ਚਾਕਰੀ ਜਿਹੜੀ ਹੈਗੀ ਆ, ਜੋ ਗੁਰੂ ਕਹਿ ਰਿਹਾ ਆ, ਉਹ ਧਿਆਨ ਸਿਮਰਨ ਭਗਤੀ ਔਰ ਆਪਣਾ ਜੀਵਨ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਮਾਲਕ ਦੇ ਭੈ ਦੇ ਵਿੱਚ ਗੁਜ਼ਾਰੇ, ਤੇ ਫਿਰ ਕੀ ਹੋਏਗਾ? ਜਿਹਾ ਸੇਵਾ ਤੇਹੋ ਹੋਵੇ, ਜੇ ਚੱਲੇ ਤਿਸੇ ਰਜਾਏ। ਕਹਿੰਦੇ ਜੋ ਕੁਛ ਵੀ ਉਹ ਚਾਹੂਗਾ, ਜਿਹਾ ਸੇਵਾ ਤੇਹੋ ਹੋਵੇ, ਜਿਹਨੂੰ ਉਹ ਜਿਸ ਮਾਲਕ ਪਰਮਾਤਮਾ ਦੀ ਸੇਵਾ ਕਰ ਰਿਹਾ ਆ, ਗੁਰੂ ਦੀ ਦੱਸੀ ਕਾਰ ਕਰ ਰਿਹਾ ਆ, ਤੇ ਉਹਦੇ ਵਰਗਾ ਹੋ ਜਾਏਗਾ, ਬ੍ਰਹਮ ਗਿਆਨੀਆਂ ਵਰਗਾ ਹੋ ਜਾਏਗਾ, ਮਾਲਕ ਵਰਗਾ ਹੋ ਜਾਏਗਾ, ਸੱਚ ਦਾ ਧਾਰਨੀ ਹੋ ਜਾਏਗਾ। ਜੇ ਚੱਲੇ ਤਿਸੇ ਰਜਾਏ, ਜੇ ਉਹ ਉਸ ਮਾਲਕ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲਦਾ ਆ। ਨਾਨਕ ਸਭ ਕੁਛ ਆਪੇ ਆਪ ਹੈ, ਨਾਨਕ ਸਭ ਕੁਛ ਆਪ ਹੈ, ਅਵਰ ਨਾ ਦੂਜੀ ਜਾਏ। ਸਾਰਾ ਹਰੇਕ ਦੇ ਵਿੱਚ ਸਾਰਾ ਕੁਛ ਉਹ ਮਾਲਕ ਪਰਮਾਤਮਾ ਹੀ ਹੈਗਾ ਭਾਈ। ਔਰ ਆਪਾਂ ਸੋਚੀਏ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਜਿਹੜਾ ਹੈਗਾ ਹੋਰ ਕੋਈ ਰਸਤਾ, ਕਹਿੰਦੇ ਕੁਛ ਹੋਰ ਕੋਈ ਦੂਜੀ ਥਾਂ ਹੀ ਨਹੀਂ ਹੈਗੀ ਉਸ ਮਾਲਕ ਪਰਮਾਤਮਾ ਤੋਂ ਇਲਾਵਾ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿ ਰਹੇ ਨੇ ਕਿ ਗੁਰ ਕੀ ਸੇਵਾ ਚਾਕਰੀ ਭੈ ਰਚਕਾਰ ਕਮਾਏ। ਤੇ ਦੇਖੋ ਉਹਦੀ ਭੈ ਦੇ ਵਿੱਚ ਮਤਲਬ ਇਹ ਹੁੰਦਾ ਹੈ ਕਿ ਦੇਖੋ ਅੱਜ ਤੋਂ ਨਾ ਕੁਝ 10 ਦਿਨ ਹੋ ਗਏ ਪਹਿਲਾਂ ਮੈਂ ਨਾ ਇੱਥੇ ਰੈੱਡ ਲਾਈਟ ਸਕੂਟਰੀ ਦੀ ਕਾਫੀ ਵਾਰੀ ਪਾਰ ਕੀਤੀ, ਕਿਉਂਕਿ ਇੱਥੇ ਅੰਮ੍ਰਿਤਸਰ 'ਚ ਟ੍ਰੈਫਿਕ ਦਾ ਸਿਗਨਲ ਬਹੁਤ ਵੀਕ ਹੈ। ਇੱਕ ਚੌਂਕ ਹੈਗਾ ਜਿੱਥੇ ਉਹ ਉੱਥੇ ਸਖਤਾਈ ਕੀਤੀ ਉਹਨਾਂ ਨੇ, ਤੇ ਉਹ ਮੈਨੂੰ ਸਾਹਿਬ ਨੇ ਵੇਖ ਲਿਆ, ਮੈਨੂੰ ਰੋਕ ਲਿਆ। ਉਹ ਫਿਰ ਉਹਨੇ ਵੇਖਿਆ ਕਿ ਬੰਦਾ ਤੇ ਠੀਕ ਠਾਕ ਜਿਹਾ, ਚਲੋ ਮੈਨੂੰ ਛੱਡਤਾ। ਉਸ ਦਿਨ ਤੋਂ ਬਾਅਦ ਭਾਵੇਂ ਪੁਲਿਸ ਵਾਲਾ ਹੋਵੇ, ਭਾਵੇਂ ਕੋਈ ਰੁਕੇ ਨਾ ਰੁਕੇ, ਉਹ ਲਾਈਟ ਤੇ ਮੈਂ ਰੁਕਦਾ। ਇਹ ਦੇਖੋ ਆਪਾਂ ਸਿੱਖ ਲਿਆ ਨਾ, ਗਿਆਨ ਲੈ ਲਿਆ। ਹੁਣ ਇੱਥੇ ਭੈ ਦੇ ਵਿੱਚ ਚੱਲਣ ਦਾ ਮਤਲਬ ਹੈ ਕਿ ਕੋਈ ਤੁਹਾਨੂੰ ਵੇਖੇ ਨਾ ਵੇਖੇ, ਤੁਸੀਂ ਉਸ ਦੇ ਹੁਕਮ 'ਚ ਚੱਲੋ। ਇਹ ਨਾ ਸੋਚੋ ਕੋਈ ਤੁਹਾਨੂੰ ਨਹੀਂ ਵੇਖਦਾ। ਇਹ ਤੁਸੀਂ ਵੇਖੋ ਗੁਰਦੁਆਰੇ ਜਿੱਥੇ ਸਫਾਈ ਕਰਨੀ ਉੱਥੇ ਕੋਈ ਸਫਾਈ ਨਹੀਂ ਕਰਦਾ, ਜਿੱਥੇ ਗੰਦ ਪਿਆ। ਪਰ ਜਿੱਥੇ ਆਲਰੇਡੀ ਸਾਫ਼ ਜਗ੍ਹਾ ਉੱਥੇ ਲੋਕੀ ਝਾੜੂ ਮਾਰੀ ਜਾਂਦੇ। ਬੰਦਾ ਉੱਥੇ ਝਾੜੂ ਇਸ ਕਰਕੇ ਨਹੀਂ ਮਾਰਦਾ ਕਿ ਮੈਂ ਪਰਮਾਤਮਾ ਦੇ ਘਰ 'ਚ ਸਫਾਈ ਕਰ ਰਿਹਾ। ਬੰਦਾ ਕਈ ਵਾਰੀ ਸ਼ੋਅ ਆਫ ਵੀ ਕਰਦਾ ਕਿ ਮੈਂ ਸਫਾਈ ਕਰਦਾ, ਅੱਗੇ ਤਾਂ ਕੂੜਾ ਤਾਂ ਹੈ ਨਹੀਂ, ਖਾਲੀ ਬੋਕਰ ਕਿਤੇ ਇੱਧਰ ਕਿਤੇ ਉੱਧਰ। ਏਦਾਂ ਦੇ ਲੋਕ ਕਰਮਕਾਂਡ ਕਰਦੇ ਨੇ। ਦੇਖੋ ਜੇਕਰ ਤੁਸੀਂ ਕਿਸੇ ਰੁੱਖ ਨੂੰ ਪਾਣੀ ਪਾਇਆ ਨਾ, ਤੁਹਾਨੂੰ ਕਿਸੇ ਨੇ ਨਹੀਂ ਦੇਖਿਆ, ਪਰ ਪਰਮਾਤਮਾ ਤੁਹਾਨੂੰ ਦੇਖ ਰਿਹਾ ਹੈ। ਇਸ ਚੀਜ਼ ਨੂੰ ਆਪ ਅੰਡਰਸਟੈਂਡ ਕਰੋ ਕਿ ਤੁਸੀਂ
ਕਿਸੇ ਇਨਸਾਨ ਨੂੰ ਦੁੱਖ ਦਿਖਾ ਕੇ ਕਰਮ ਨਹੀਂ ਕਰਨਾ। ਤੁਸੀਂ ਹਮੇਸ਼ਾ ਪ੍ਰਮਾਤਮਾ ਦੇ ਹਜ਼ੂਰੀ ਵਿੱਚ ਕਰਮ ਕਰਨਾ ਹੈ। ਇਹ ਧਰਤੀ, ਇੱਥੇ ਮੈਂ ਕੁਛ ਨਾ ਕੁਛ ਚੰਗਾ ਕਰਕੇ ਜਾਊਂਗਾ, ਕੁਝ ਪਰਸੈਂਟ ਮੈਂ ਕਮਾਈ ਵੀ ਕਰੂੰਗਾ, ਕੁਝ ਪਰਸੈਂਟ ਜਿਹੜਾ ਹੈ ਮੈਂ ਉਹਦਾ ਇਸਤੇਮਾਲ ਕਰਾਂਗਾ, ਇਸ ਤਰੀਕੇ ਨਾਲ ਕਰਾਂਗਾ ਕਿ ਤਾਂ ਜੋ ਇਹ ਸ੍ਰਿਸ਼ਟੀ ਤੇ ਮੈਂ ਕੁਛ ਪਲੇ ਕਰਕੇ ਜਾਵਾਂ। ਸੇਵਾ ਦਾ ਮਤਲਬ ਇਹ ਹੈ, ਤੁਸੀਂ ਨਿਸ਼ਕਾਮ ਸੇਵਾ ਦਾ ਸੁਣਿਆ ਨਾ? ਨਿਸ਼ਕਾਮ ਸੇਵਾ ਮਤਲਬ ਕੁਛ ਨਹੀਂ ਮਿਲਣਾ ਉੱਥੋਂ, ਦੁੱਖੀ ਨਹੀਂ ਮਿਲਣੀ, ਉਲਟਾ 1000-1500 ਤੁਹਾਡੇ ਹੱਥੋਂ ਜਾਊ। ਨਿਸ਼ਕਾਮ ਸੇਵਾ ਉਹ ਕਿਉਂ ਕਰਨੀ ਹੈ? ਜਦੋਂ ਤੁਸੀਂ ਇਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਜੋ ਤੇ ਤੁਹਾਡੀ ਜਿਹੜੀ ਆਤਮਾ ਹੈ ਨਾ, ਉਹਦੇ ਤੇ ਜਿਹੜਾ ਮੈਲ ਜੰਮ ਚੁੱਕੀ ਹੈ, ਮਲੀਨਤਾ ਜੰਮ ਚੁੱਕੀ, ਭਰਮ ਦੀ ਕਾਈ, ਉਹ ਉਤਰਨੀ ਸ਼ੁਰੂ ਹੋ ਜੂਗੀ। ਜਰ ਸਾਹਿਬ ਬਿਲਕੁਲ ਦੇਖੋ, ਇਹ ਕਰਮ ਭੂਮੀ ਹੈ, ਕਰਮ ਤੇ ਕਰਨਾ ਹੀ ਪੈਣਾ ਹੈ, ਕਰਮ ਤੋਂ ਬਿਨਾਂ ਜੀਵਨ ਨਹੀਂ ਚੱਲੇਗਾ। ਆਪ ਜਸਟ ਦੇਖੋ ਆਲੇ ਦੁਆਲੇ ਜੋ ਵੀ ਕੁਝ ਬਣਿਆ ਹੈ, ਇਹ ਬਣਾਇਆ ਗਿਆ ਤੇ ਤਾਂ ਬਣਿਆ। ਤੁਸੀਂ ਕੋਈ ਨਾ ਕੁਝ ਕਰਕੇ ਵੇਖ ਲਓ, ਤੁਸੀਂ ਧਾਰਨਾ ਕਰ ਲਓ ਕਿ ਮੈਂ ਫਲਾਨਾ ਕੰਮ ਕਰਨਾ ਹੈ, ਪਤਾ ਹੀ ਨਹੀਂ એનર્ਜੀ ਕਿੱਥੋਂ ਆ ਜਾਣੀ ਹੈ, ਤੁਸੀਂ ਉਹ ਕੰਮ ਕਰ ਲਓ। ਇਹ ਪ੍ਰੈਕਟੀਕਲ ਹੈਗੀ ਗੱਲ। ਕਈ ਲੋਕਾਂ ਨੇ ਜ਼ਿੰਦਗੀ 'ਚ ਸੋਚਿਆ ਨਹੀਂ ਹੋਊਗਾ ਕਿ ਅੱਗੇ ਉੱਪਰ ਆ ਜਾਣਗੇ, ਪਰ ਫਿਰ ਉਹ ਸੋਚ ਕੇ ਹੈਰਾਨ ਹੁੰਦੇ ਆ, ਅਸੀਂ ਤਾਂ ਬਸ ਸੋਚਿਆ ਹੀ ਸੀ ਤੇ ਛਲ ਨੇ ਚੁੱਕ ਕੇ ਸਾਨੂੰ ਉੱਥੇ ਚਾੜ ਦਿੱਤਾ। ਇਹ ਸੱਚ ਹੈਗਾ। ਫਿਰ ਇੱਥੇ ਦੇਖੋ, ਉਹ ਕਹਿੰਦੇ ਕਿ ਜਿਹਾ ਸੇਵਾ ਤੇ ਹੋਵੇ ਜੇ ਚੱਲੇ ਤਿਸੇ ਰਜਾਈ। ਹੁਣ ਜਦੋਂ ਆਪਾਂ ਉਹਦੀ ਰਜਾ ਦੇ ਵਿੱਚ ਚੱਲਦੇ ਹਾਂ ਤੇ ਫਿਰ ਜਿੱਦਾਂ ਦਾ ਅਸੀਂ ਸੇਵਾਂਗੇ ਅਸੀਂ ਉਸੇ ਤਰ੍ਹਾਂ ਦਾ ਹੋ ਜਾਾਂਗੇ। ਜਿਹਨੂੰ ਸੇਵਾਂਗੇ, ਜੇ ਮਾਲਕ ਨੂੰ ਸੇਵਾਂਗੇ, ਸੱਚ ਨੂੰ ਸੇਵਾਂਗੇ, ਸੱਚੇ ਹੋ ਜਾਾਂਗੇ। ਜੇ ਝੂਠ ਨੂੰ ਸੇਵਾਂਗੇ ਤੇ ਝੂਠੇ ਹੋ ਜਾਵਾਂਗੇ। ਹਾਂ, ਉਹਦੀ ਰਜਾ ਤੇ ਚੱਲਣਾ ਪੈਣਾ। ਉਹਦੀ ਰਜਾ ਤੇ ਹੋਈ ਹੈ, ਜੋ ਕਹਿ ਰਿਹਾ ਉਹ ਤੇ ਕਹਿ ਰਿਹਾ, ਸੱਚ ਤੇ ਚੱਲੋ। ਹਾਂਜੀ, ਅੱਗੇ ਬੋਲੋ। ਨਾਨਕ ਸਭ ਕੁਛ ਆਪੇ ਆਪ, ਸਭ ਕੁਛ ਆਪ ਹੈ, ਅਵਰ ਨਾ ਦੂਜੀ ਜਾਏ। ਕਹਿੰਦੇ ਸਾਰਾ ਹਰੇਕ ਜਗ੍ਹਾ ਦਾ ਕੰਟਰੋਲਰ ਮਾਲਕ ਪਰਮਾਤਮਾ ਹੈਗਾ। ਉਹਦੇ ਹੁਕਮ ਤੇ ਚੱਲਣ ਤੋਂ ਇਲਾਵਾ ਹੋਰ ਕੋਈ ਜਗ੍ਹਾ ਨਹੀਂ ਹੈਗੀ, ਹੋਰ ਕੋਈ ਆਪਸ਼ਨ ਨਹੀਂ ਹੈ। ਹਾਂਜੀ ਜੀ, ਆਵਾਜ਼ ਬ੍ਰੇਕ ਹੋ ਰਹੀ ਹੈ। ਮੇਰੇ ਕੋਲ ਹੁਣ ਜਿਹੜਾ ਨਾ, ਮੇਰੇ ਕੋਲ ਆਪਸ਼ਨ ਹੀ ਨਹੀਂ ਹੈ ਕੋਈ ਜੀ। ਮੇਰੇ ਕੋਲ ਜੋ ਨੈਟਵਰਕ ਹੈ, ਜੋ ਵੀ ਮੈਂ ਮਿਸਿਸ ਦਾ ਫੋਨ ਲਿਆ, ਮੈਂ ਆਪਣਾ ਫੋਨ ਵੀ ਰੱਖ ਦਿੱਤਾ ਕਿਉਂਕਿ ਉਹਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ, ਤੇ ਹੁਣ ਕੁਛ ਨਹੀਂ ਮੈਂ ਕਰ ਸਕਦਾ। ਨਹੀਂ, ਕੋਈ ਨਹੀਂ। ਇਹ ਸੁਖੀ ਜੀ ਤੁਸੀਂ ਬਾਅਦ ਚ ਸੁਣ ਲਿਓ, ਰਿਕਾਰਡਿੰਗ ਏਦਾਂ ਹੀ ਹੋਣੀ ਅੱਜ। ਉਹ ਨੈਟਵਰਕ ਥੋੜਾ ਜਿਹਾ ਮੇਰੀ ਸਾਈਡ ਤੇ ਵੀ ਕਮਜ਼ੋਰ ਆ। ਕੋਈ ਨਹੀਂ, ਮੈਂ ਨਾ ਪਾਜ਼ ਕਰਦਾ ਮਾਈਕ ਤੇ, ਜਦੋਂ ਨਿੱਜਾ ਸਾਹਿਬ ਬੋਲਣਗੇ ਉਦੋਂ ਮੈਂ ਮਾਈਕ ਬੰਦ ਕਰਦਾ। ਹਾਂ, ਠੀਕ ਹੈ ਜੀ, ਠੀਕ ਹੈ ਜੀ। ਹਾਂ, ਆਪਸ਼ਨ ਨਹੀਂ ਹੈਗਾ ਅੱਜ। ਤੇ ਇਹ ਕਹਿੰਦੇ ਨਾਨਕ ਸਭ ਕੁਝ ਆਪ ਹੈ, ਅਵਰ ਨਾ ਦੂਜੀ ਜਾਏ। ਦੇਖੋ ਹਰ ਜਗ੍ਹਾ ਤੇ ਉਹ ਪਰਮਾਤਮਾ ਹੀ ਹੈ। ਪਰਮਾਤਮਾ ਤੋਂ ਬਿਨਾਂ ਕੁਝ ਕਿੱਥੋਂ ਹੋ ਸਕਦਾ ਹੈ? ਆਹ ਮੰਨ ਲਈਏ ਮਹਾਂਪਰਲੋ ਆ ਜਾਏ, ਅੱਜ ਦੀ ਅੱਜ ਮੈਂ ਇਹ ਗੱਲ ਕਰਦਾ ਕਿ ਮਹਾਂਪਰਲੋ ਆ ਜੇ ਤੇ ਦੱਸੋ ਬਾਕੀ ਕਿਹੜਾ ਰਹਿ ਗਿਆ? ਇੱਕ ਛੋਟੀ ਜੀ ਗੱਲ ਹੈ, 2 ਮਿੰਟ 'ਚ ਆਪਾਂ ਆਇਡੈਂਟੀਫਾਈ ਕਰ ਲੈਂਦੇ ਬ੍ਰਹਮ ਤੋਂ ਇਲਾਵਾ ਕੋਈ ਹੈਗਾ ਕਿ ਨਹੀਂ ਹੈਗਾ। ਹੁਣ ਇਹ ਗੱਲ ਕਲੀਅਰ ਹੋ ਜਾਣੀ ਹੈ। ਮੰਨ ਲਓ ਇਹ ਸਾਰਾ ਕੁਝ ਤੁਹਾਡੀ ਆਵਾਜ਼ ਬੰਦ ਹੋ ਗਈ ਗੋਰਖੀ ਸਾਹਿਬ। ਬਾਕੀ ਕਿਹੜਾ ਰਹਿ ਗਿਆ? ਬ੍ਰਹਮ। ਇਹਦਾ ਮਤਲਬ ਨਸ਼ਟ ਹੋ ਕੇ ਕਿੱਥੇ ਜਾਊਗਾ? ਉਹ ਬ੍ਰਹਮ 'ਚ ਜਾਊਗਾ। ਆਊਗਾ ਕਿੱਥੋਂ? ਬ੍ਰਹਮ 'ਚ ਆਊਗਾ। ਅੱਛਾ, ਅਜੇ ਵੀ ਬੰਦ ਆ? ਨਹੀਂ, ਹੁਣ ਠੀਕ ਹੈ। ਤੇ ਇਹ ਜਿਹੜਾ ਵੀ ਕੁਝ ਹੈਗਾ ਹੈ ਸਾਨੂੰ ਜੋ ਦਿਖਾਈ ਦਿੰਦਾ ਹੈ, ਇਹ ਬ੍ਰਹਮ 'ਚੋਂ ਹੀ ਆਇਆ ਹੈ ਤੇ ਬ੍ਰਹਮ ਦੇ ਵਿੱਚ ਹੀ ਲੀਨ ਹੋ ਜਾਣਾ ਹੈ। ਇਸੇ ਕਰਕੇ ਬਾਣੀ 'ਚ ਕਿਹਾ ਹੈ ਕਿ ਇਹ ਜੋ ਵੀ ਕੁਝ ਦਿਖਾਈ ਦੇ ਰਿਹਾ ਹੈ ਇਹ ਬ੍ਰਹਮ ਹੀ ਹੈ, ਬ੍ਰਹਮ ਤੋਂ ਇਲਾਵਾ ਕੁਝ ਨਹੀਂ ਹੈਗਾ ਹੋਰ। ਹਾਂਜੀ ਨਿੱਜਾ ਸਾਹਿਬ। ਹਾਂ, ਅੱਗੇ ਪੌੜੀ ਆ ਗਈ। ਤੇਰੀ ਵਡਿਆਈ ਬੋਲੋਗੇ। ਹਾਂਜੀ। ਪੌੜੀ, ਤੇਰੀ ਵਡਿਆਈ ਤੂੰ ਹੈ ਜਾਣਦਾ, ਤੁਧ ਜੇਵੜ ਆਵਰ ਨਾ ਕੋਈ। ਹੁਣ ਜਿਹੜਾ ਹੈਗਾ, ਜੇ ਕੋਈ ਜਿਹੜਾ ਹੈਗਾ ਕੋਈ ਬਹੁਤ ਹੀ ਵੱਡਾ ਹੈਗਾ ਤੇ ਇੱਕ ਕੀੜੀ ਜਿਹੜੀ ਹੈਗੀ, ਹੁਣ ਕਿਵੇਂ ਜਾਣ ਸਕਦੀ ਹੈ ਭਾਈ? ਜੇ ਕਹੀਏ ਵੀ ਕੀੜੀ ਜਿਹੜੀ ਹੈ ਕੁਤੁਬ ਮੀਨਾਰ ਦੇ ਬਾਰੇ ਦੱਸ ਦੇ, ਕਿਵੇਂ ਜਾਣੂਗੀ? ਤੇ ਉਹ ਮਾਲਕ ਪਰਮਾਤਮਾ ਕਿੰਨਾ ਵੱਡਾ ਹੈ। ਜੇ ਉਹਦੇ ਵਰਗਾ ਕੋਈ ਹੋਊਗਾ ਤਾਂ ਹੀ ਉਹ ਜਾਣ ਸਕਦਾ ਹੈ ਭਾਈ। ਆਪਾਂ ਨੂੰ ਕੀ ਪਤਾ, ਅਸੀਂ ਕਿਵੇਂ ਜਾਣ ਸਕਦੇ ਹਾਂ ਵੀ ਉਹ ਮਾਲਕ ਪਰਮਾਤਮਾ ਕਿੰਨਾ ਵੱਡਾ ਹੈ? ਸਾਨੂੰ ਤਾਂ ਦੇਖੋ ਅਸਮਾਨ ਦੇ ਵਿੱਚ ਕਿੰਨੇ ਕੁ ਪਲੈਨਟ ਹੈ, ਤਾਰੇ ਆ, ਉਹ ਕੀ ਹੈਗੇ ਆ, ਉਹਨਾਂ ਤੇ ਕੀ ਹੈਗਾ, ਕਿੱਥੇ ਜ਼ਮੀਨ ਹੈਗੀ, ਕਿੱਥੇ ਇਨਸਾਨ ਹੈਗਾ,
ਕੁਛ ਵੀ ਨਹੀਂ ਪਤਾ ਆਪਾਂ ਨੂੰ। ਆਪਾਂ ਕਿਵੇਂ ਜਾਣ ਸਕਦੇ ਹਾਂ ਭਾਈ? ਉਹਦੀ ਵਡਿਆਈ ਉਹੀ ਜਾਣਦਾ ਹੈ। ਤੁਧ ਜੇਵੜ ਅਵਰ ਨਾ ਕੋਈ, ਕਹਿੰਦੇ ਤੇਰੇ ਬਰੋਬਰ ਦਾ ਹੋਰ ਕੋਈ ਹੈ ਹੀ ਨਹੀਂ। ਤੁਧ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਏ ਤੁਧ ਜੇਵੜ ਤੂੰ ਹੈ ਹੋਈ। ਕਹਿੰਦੇ ਹੋਰ ਕੋਈ ਤੇਰਾ ਸ਼ਰੀਕ ਹੋਏ, ਤੇਰਾ ਭਾਈ ਭੈਣ ਹੋਏ ਤਾਂ ਕਿਹਾ ਜਾ ਸਕਦਾ ਹੈ ਭਾਈ ਭਈ ਉਹ ਜਾਣਦਾ ਹੈ, ਉਹ ਜਾਣ ਲੂਗਾ। ਪਰ ਤੇਰੇ ਵਰਗਾ ਤਾਂ ਤੂੰ ਹੀ ਹੈਗਾ ਆ। ਤੁਧ ਜੇਵੜ ਤੂੰ ਹੈ ਹੋਈ। ਜਿਨੇ ਤੂੰ ਸੇਵਿਆ ਤਿਨੇ ਸੁਖ ਪਾਇਆ, ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਜਿਸਨੇ ਵੀ ਉਸ ਮਾਲਕ ਪਰਮਾਤਮਾ ਦੀ ਭਗਤੀ ਕੀਤੀ, ਪਰ ਉਹਦੀ ਸੇਵਾ ਕੀ ਹੈਗੀ? ਉਹ ਕਹਿੰਦਾ ਮੈਂ ਮਾਲਕ ਤਾਂ ਹੈ ਅਸਲੀ, ਅਸਲੀ ਮਾਲਕ ਹੈਗਾ, ਆਪਣਾ ਪਤੀ ਹੈਗਾ, ਆਪਣਾ ਪਿਓ ਹੈਗਾ, ਤੇ ਇੱਕ ਮਾਇਆ ਹੈਗੀ ਆ ਜਿਹੜੀ ਸਾਰੀ ਦੁਨੀਆ ਜਿਹੜੀ ਹੈਗੀ ਮਾਇਆ ਦੀ ਸੇਵਾ ਕਰ ਰਹੀ ਆ। ਉਹ ਕਹਿੰਦੇ ਜਿਸਨੇ ਮਾਇਆ ਨੂੰ ਛੱਡ ਕੇ ਉਸ ਮਾਲਕ ਪਰਮਾਤਮਾ ਦੀ ਸੇਵਾ ਕੀਤੀ ਔਰ ਮਾਇਆ ਨੂੰ ਯੂਜ਼ ਕੀਤਾ, ਉਹਨੇ ਸੁਖ ਪਾ ਲਿਆ। ਜਿਹਨੇ ਤੂੰ ਸੇਵਿਆ ਤਿਨੇ ਸੁਖ ਪਾਇਆ। ਮਾਇਆ ਛੱਡੀ ਨਹੀਂ, ਮਾਇਆ ਜਿਹੜੀ ਹੈਗੀ ਯੂਜ਼ ਕੀਤੀ ਹੈ। ਜਿਹਨੇ ਤੂੰ ਸੇਵਿਆ ਤਿਨੇ ਸੁਖ ਪਾਇਆ, ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਉਹਦੀ ਰੀਸ ਕੋਈ ਨਹੀਂ ਕਰ ਸਕਦਾ ਭਾਈ, ਉਹਦੀ ਰੀਸ ਕੋਈ ਨਹੀਂ ਕਰ ਸਕਦਾ। ਜਿਸਨੇ ਉਸ ਮਾਲਕ ਪਰਮਾਤਮਾ ਨੂੰ ਉਹਦਾ ਧਿਆਨ ਕੀਤਾ, ਉਹਦੀ ਸੇਵਾ ਕੀਤੀ, ਉਹਦੀ ਰੀਸ ਕੋਈ ਨਹੀਂ ਕਰ ਸਕਦਾ। ਕਿਉਂਕਿ ਉਹ ਮਾਲਕ ਪਰਮਾਤਮਾ ਤੂੰ ਭੰਨਣ ਕਰਨ ਸਮਰੱਥ ਦਾਤਾਰ ਹੈ। ਕਹਿੰਦੇ ਤੂੰ ਤਾਂ ਇੱਕ ਸਕਿੰਟ ਲਾਉਣਾ ਹੈ, ਧਰਤੀ ਫਨਾ ਫਿਲਾ ਕਰ ਦੇਣਾ ਹੈ, ਸਾਰਾ ਸਮੁੰਦਰ ਹਟਾ ਦੇਣਾ ਹੈ, ਪਲੈਨਟਸ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਬਲੈਕ ਹੋਲ ਚਲੇ ਜਾਂਦੇ ਆ, ਪਤਾ ਹੀ ਨਹੀਂ ਲੱਗਦਾ ਕਿੱਧਰੋਂ ਆਏ ਤੇ ਕਿੱਧਰ ਗਏ। ਤੂੰ ਸਮਰੱਥ ਹੈ ਭੰਨਣ ਕਰਨ ਦੇ, ਤੂੰ ਤੇ ਦਾਤਾ ਹੈਗਾ ਆ। ਤੂੰ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ, ਔਰ ਤੇਰੇ ਕੋਲੋਂ ਹੀ ਸਾਰਾ ਕੁਛ ਆ ਰਿਹਾ ਹੈ, ਸਾਰੀਆਂ ਦਾਤਾਂ ਆ ਰਹੀਆਂ, ਤੇ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਆ ਉਹ ਤੇਰੇ ਤੋਂ ਹੀ ਦਾਤਾਂ ਲੈ ਰਹੀ ਆ ਭਾਈ। ਤੇਰੇ ਅੱਗੇ ਹੀ ਮੰਗਤੇ ਹੈ ਸਾਰੇ ਦੇ ਸਾਰੇ। ਤੁਧ ਜੇਵੜ ਦਾਤਾਰ ਮੈਂ ਕੋਈ ਨਜ਼ਰ ਨਾ ਆਵੇ, ਮੈਨੂੰ ਤਾਂ ਤੇਰੇ ਵਰਗਾ ਕੋਈ ਦਾਤਾ ਨਜ਼ਰ ਨਹੀਂ ਆਉਂਦਾ। ਤੁਧ ਸਭਸੇ ਨੂੰ ਦਾਨ ਦਿੱਤਾ, ਤੂੰ ਸਾਰਿਆਂ ਨੂੰ ਦਾਨ ਦੇ ਰਿਹਾ ਆ। ਖੰਡੀ ਵਰ ਭੰਡੀ ਪਾਤਾਲੀ ਪੁਰੀ ਸਭ ਲੋਈ। ਇਹ ਖੰਡਾਂ ਦੇ ਵਿੱਚ ਇਹ ਧਰਤੀ ਜਿਹੜੀ ਹੈਗੀ ਨੌਖੰਡ ਪ੍ਰਿਥਵੀ ਔਰ ਬ੍ਰਹਿਮੰਡ, ਵਰ ਭੰਡੀ ਮਤਲਬ ਬ੍ਰਹਿਮੰਡ, ਪਤਾਲ ਪਾਣੀ ਦੇ ਵਿੱਚ, ਪੁਰੀਆਂ ਜਿੱਥੇ ਵੀ ਜੀਵ ਹੈਗੇ ਆ, ਸਾਰੀ ਲੁਕਾਈ ਨੂੰ ਤੂੰ ਹੀ ਦਾਨ ਦੇ ਰਿਹਾ ਆ। ਹਾਂਜੀ ਵੀਰ ਜੀ। ਹਾਂਜੀ ਠੀਕ। ਉਹ ਕਹਿ ਰਹੇ ਨੇ ਕਿ ਤੇਰੀ ਵਡਿਆਈ ਤੂੰ ਹੀ ਜਾਣਦਾ, ਤੁਧ ਜੇਵੜ ਅਵਰ ਨਾ ਕੋਈ। ਦੇਖੋ ਕਹਿੰਦੇ ਕਿ ਤੇਰੇ ਬਾਰੇ ਕੇਵਲ ਤੂੰ ਖੁਦ ਹੀ ਦੱਸ ਸਕਦਾ ਹੈ। ਕਿਉਂਕਿ ਦੇਖੋ ਕਿਸੇ ਚੀਜ਼ ਨੂੰ ਡਿਸਕ੍ਰਾਈਬ ਕਰਨ ਦੇ ਲਈ ਆਪਣੇ ਕੋਲ ਜ਼ਿਆਦਾ ਗਿਆਨ ਚਾਹੀਦਾ ਹੈ। ਤੇ ਇਹ ਗਿਆਨ ਜਿਹੜਾ ਹੈ ਇਹ ਤੇ ਪ੍ਰਮਾਤਮਾ ਹੀ ਜਾਣਦਾ ਹੈ। ਸਾਡੇ ਕੋਲ ਬਹੁਤ ਲਿਮਟਿਡ ਗਿਆਨ ਹੈ, ਬਹੁਤ ਛੋਟੇ ਲੈਵਲ ਦਾ ਗਿਆਨ ਹੈ। ਅਸੀਂ ਕੇਵਲ ਛੋਟੇ ਮੋਟੇ ਕੰਮ ਕਰ ਸਕਦੇ ਹਾਂ, ਬਹੁਤੇ ਵੱਡੇ ਕੰਮ ਨਹੀਂ ਆਪਾਂ ਕਰ ਸਕਦੇ, ਬਹੁਤ ਛੋਟੇ ਕੰਮ। ਕਿਉਂ? ਨਾ ਤੇ ਆਪਾਂ ਸਮੁੰਦਰ ਬਣਾ ਸਕਦੇ ਹਾਂ, ਨਾ ਆਪਾਂ ਸੂਰਜ ਬਣਾ ਸਕਦੇ, ਨਾ ਆਪਾਂ ਚੰਦਰਮਾ ਬਣਾ ਸਕਦੇ, ਨਾ ਧਰਤੀ ਬਣਾ ਸਕਦੇ ਹਾਂ। ਇਹ ਤੇ ਜੋ ਉਹਨੇ ਬਣਾਇਆ ਕੇਵਲ ਆਪਾਂ ਉਹਦਾ ਇਸਤੇਮਾਲ ਕਰ ਸਕਦੇ, ਕੋਈ ਵੀ, ਉਹ ਵੀ ਛੋਟੇ ਲੈਵਲ ਤੇ, ਬਹੁਤੇ ਵੱਡੇ ਲੈਵਲ ਤੇ। ਹੁਣ ਦੇਖੋ ਥੋੜਾ ਜਿਹਾ ਮੀਂਹ ਆ ਜਾਂਦਾ ਇੱਥੇ, ਵੇਖੋ ਸਾਡੇ ਭਾਰੀ ਬਣ ਜਾਂਦੀ ਹੈ, ਪਤਾ ਨਹੀਂ ਲੱਗਣਾ ਪਾਣੀ ਕਿੱਧਰ ਰੋੜਨਾ। ਡੈਮ ਇੰਨੇ ਓਵਰਫਲੋ ਹੋ ਜਾਂਦੇ ਆ, ਫਿਰ ਪਾਣੀ ਛੱਡਣਾ ਹੀ ਪੈਂਦਾ ਹੈ। ਅਜੇ ਆਪਣੇ ਕੋਲ ਸਾਧਨ ਨਹੀਂ ਹੈਗਾ। ਕੋਈ ਮਾੜੀ ਮੋਟੀ ਬਿਮਾਰੀ ਆ ਜੇ, ਸਾਡੇ ਕੋਲ ਕੰਟਰੋਲ ਹੀ ਨਹੀਂ ਹੈਗਾ। ਆਪਾਂ ਕੇਵਲ ਡਾਕਟਰਾਂ ਕੋਲ ਜਾਂਦੇ ਹਾਂ, ਡਾਕਟਰ ਵੀ ਵਿਚਾਰੇ ਥੋੜਾ ਬਹੁਤਾ ਲੈਵਲ ਤੇ ਕੰਮ ਕਰ ਸਕਦੇ ਆ, ਤੇ ਜੇਕਰ ਗੱਲ ਨਹੀਂ ਬਣੀ ਤੇ ਹਾਰ ਕੇ ਉਹ ਵੀ ਹੱਥ ਖੜਾ ਕਰ ਦਿੰਦੇ ਵੀ ਸਾਡੇ ਬਾਤ ਦੀ ਗੱਲ ਨਹੀਂ। ਜਾਓ ਕਿਤੇ ਮੰਦਿਰ 'ਚ ਜਾਓ, ਕਿਤੇ ਗੁਰਦੁਆਰੇ ਜਾਓ, ਉੱਥੇ ਦੁਆ ਕਰਾਓ, ਸ਼ਾਇਦ ਤੁਹਾਡਾ ਮਸਲਾ ਹੱਲ ਹੋਏ।
ਸਾਡੇ ਹੱਥ ਖੜੇ ਆ। ਬਹੁਤ ਛੋਟੇ ਲੈਵਲ ਤੇ ਕੰਮ ਹੋ ਸਕਦਾ, ਬਹੁਤੇ ਵੱਡੇ ਲੈਵਲ ਤੇ ਕੰਮ ਨਹੀਂ ਹੋ ਸਕਦਾ। ਹੁਣ ਉਹ ਕਿੱਡਾ ਵੱਡਾ ਹੈ, ਉਹ ਕਿੰਨੀ ਸ਼ਕਤੀ ਦਾ ਮਾਲਕ ਹੈ, ਇਹ ਕੇਵਲ ਉਹ ਜਾਣਦਾ, ਕੋਈ ਨਹੀਂ ਜਾਣਦਾ। ਹੁਣ ਕਹਿੰਦੇ ਤੁਧ ਜੇ ਵੱਡ ਹੋਰ ਸ਼ਰੀਕ ਹੋਵੇ ਤਾਂ ਆਖੀਏ ਤੁਧ ਜੀਵਨ ਤੂੰ ਹੀ ਹੋਏ। ਇਹਦਾ ਮਤਲਬ ਨਿਜਰ ਸਾਹਿਬ ਤੇਰਾ ਕੋਈ ਹੋਰ ਸ਼ਰੀਕ ਹੋਏ, ਤੇਰਾ ਭਰਾ ਭੈਣ ਹੋਏ ਤੇ ਉਹ। ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਆ ਰਹੀ ਹੈ ਜੀ। ਉਹ ਕਹਿੰਦੇ ਤੁਧ, ਮੇਰੀ ਆਵਾਜ਼ ਸੰਗਤ ਜੀ ਤੁਹਾਨੂੰ ਆ ਰਹੀ ਹੈ? ਆ ਰਹੀ ਹੈ ਜੀ ਸਾਰਿਆਂ ਨੂੰ। ਹਾਂ ਹਾਂਜੀ ਆ ਰਹੀ ਹੈ ਆਵਾਜ਼ ਵੀਰ ਜੀ, ਕੋਈ ਨਹੀਂ, ਬਿਲਕੁਲ ਠੀਕ ਆ ਰਹੀ ਹੈ ਆਵਾਜ਼। ਠੀਕ ਹੈ ਨਿਜਰ ਸਾਹਿਬ, ਹਾਂ ਚੁੱਕ ਬੋਲ ਦੋ। ਤੁਧ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਏ, ਕਹਿੰਦੇ ਹਾਂ ਕੋਈ ਨਹੀਂ, ਮੈਨੂੰ ਆ ਰਹੀ ਹੈ ਨਿਜਰ ਸਾਹਿਬ, ਚੁੱਕ ਬੋਲ ਦੋ। ਤੁਧ ਜੇਵੜ ਹੋਰ ਸ਼ਰੀਕ ਹੋਵੇ ਤਾਂ ਆਖੀਏ, ਕਹਿੰਦੇ ਤੇਰੇ ਬਰੋਬਰ ਦਾ ਹੋਰ ਕੋਈ ਜੇ ਸ਼ਰੀਕ ਹੋਏ, ਤੇਰਾ ਕੋਈ ਭਰਾ ਭੈਣ ਹੋਏ ਤੇ ਤਾਂ ਕਹੀਏ ਬਈ ਉਹ ਤਾਂ ਦੱਸ ਸਕਦਾ ਵੀ ਤੂੰ ਕਿੰਨਾ ਕੁ ਵੱਡਾ ਹੈਗਾ। ਪਰ ਤੁਧ ਜੇਵੜ ਤੂੰ ਹੈ ਹੋਈ, ਤੇਰੇ 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 ਬਰੋਬਰ ਦਾ ਤਾਂ ਤੂੰ ਹੀ ਹੈ ਭਾਈ, ਤੇਰਾ ਕੋਈ ਸ਼ਰੀਕ ਤਾਂ ਹੈ ਨਹੀਂਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਤੇਰੇ ਬਰਾਬਰ ਦਾ ਜੇਕਰ ਕੋਈ ਹੋਵੇ ਤੇ ਇਹ ਗੱਲ ਨੂੰ ਬਿਆਨ ਵੀ ਕਰ ਸਕਦਾ ਹੈ, ਪਰ ਤੇਰੇ ਵਰਗਾ ਕੇਵਲ ਤੂੰ ਹੀ ਹੈ, ਤੇਰੇ ਤੋਂ ਸਿਵਾ ਹੋਰ ਕੋਈ ਵੀ ਨਹੀਂ ਹੈਗਾ। ਸੋ ਇਸ ਗੱਲ ਦਾ ਵੀ ਭੇਦ ਤੁਸੀਂ ਖੁਦ ਜਾਣਦਾ ਹੈ। ਵੈਸੇ ਵੀ ਪ੍ਰਮਾਤਮਾ ਦੇ ਬਾਰੇ ਇਟਸ ਵੈਰੀ ਹਾਰਡ ਟੂ ਡਿਸਕ੍ਰਾਈਬ, ਬਹੁਤ ਛੋਟੇ ਲੈਵਲ ਦਾ ਗਿਆਨ ਹੈ। ਤੁਸੀਂ ਲਿਖ ਕੇ ਵੇਖ ਲਓ, ਬਹੁਤ ਮੁਸ਼ਕਿਲ ਹੈ, ਬਹੁਤ ਮੁਸ਼ਕਿਲ ਲਿਖਣਾ ਹੈ। ਆਖਰ ਤੇ ਤੁਸੀਂ ਲਿਖ ਕੇ ਕਹਿਣਾ ਕਿ ਇਹ ਗੱਲ ਬਣੀ ਨਹੀਂ, ਤੁਸੀਂ ਹੁਣੇ ਲਿਖਣਾ ਸ਼ੁਰੂ ਕਰ ਲਓ, 5-10 ਦਿਨਾਂ ਬਾਅਦ ਪੜ੍ਹ ਕੇ ਵੇਖ ਲਓ, ਤੁਸੀਂ ਖੁਦ ਨਹੀਂ ਐਗਰੀ ਹੋਣਾ ਕਿ ਜੋ ਕੁਝ ਲਿਖਿਆ ਹੈ ਸਹੀ। ਐਡਾ ਮੁਸ਼ਕਿਲ ਹੈ ਸਬਜੈਕਟ। ਗੁਰੂਆਂ ਨੇ ਇਹ ਕਿਹਾ ਵਾ ਕਿ ਪਰਮਾਤਮਾ ਜਿਹੜਾ ਹੈ ਅਕਥ ਹੈ, ਉਹਦੇ ਬਾਰੇ ਕਥਿਆ ਨਹੀਂ ਜਾ ਸਕਦਾ, ਉਹਦੇ ਬਾਰੇ ਦੱਸਿਆ ਨਹੀਂ ਜਾ ਸਕਦਾ। ਇਹਦੇ ਬਾਵਜੂਦ ਵੀ ਬਹੁਤ ਲਿਖਿਆ ਗਿਆ। ਇੱਕ ਸਾਈਡ ਤੇ ਕਹਿ ਰਹੇ ਨੇ ਕਿ ਨਹੀਂ ਦੱਸਿਆ ਜਾ ਸਕਦਾ, ਦੂਸਰੀ ਸਾਈਡ ਤੇ ਬਹੁਤ ਬੋਲੇ ਵੀ ਨੇ। ਪਰ ਆਪ ਇਹ ਸਮਝੋ ਕਿ ਬੋਲਣ ਦਾ ਕਾਰਨ ਕੀ ਹੈ। ਇਹ ਨਹੀਂ ਕਿ ਪ੍ਰਮਾਤਮਾ ਦੇ ਬਾਰੇ ਕੋਈ ਕਥਨਾ ਚਾਹੁੰਦੇ, ਉਹ ਕੇਵਲ ਸਾਨੂੰ ਗਿਆਨ ਦੇਣਾ ਚਾਹੁੰਦੇ ਆ ਕਿ ਉਸ ਪ੍ਰਮਾਤਮਾ ਨੂੰ ਤੱਕਿਆ ਤੇ ਨਹੀਂ ਜਾ ਸਕਦਾ, ਅੱਖਰਾਂ 'ਚ ਉਹਨੂੰ ਸਮੇਟਿਆ ਨਹੀਂ ਜਾ ਸਕਦਾ, ਪਰ ਉੱਥੇ ਇੱਕ ਤਰੀਕਾ ਵੀ ਹੈਗਾ, ਉਹਨੂੰ ਜਾਣਿਆ ਜਾ ਸਕਦਾ। ਜਿੰਨਾ ਚਿਰ ਤੱਕ ਤੁਸੀਂ ਖੁਦ ਨਹੀਂ ਜਾਣਦੇ, ਉਹਨਾਂ ਚਿਰ ਤੱਕ ਤੁਹਾਡੇ ਜੀਵਨ 'ਚ ਸੁੱਖ ਨਹੀਂ ਆਵੇਗਾ, ਤੁਸੀਂ ਸੰਤੁਸ਼ਟ ਨਹੀਂ ਹੋ ਸਕਦੇ, ਤੁਹਾਡੇ ਮਨ ਦੇ ਅੰਦਰ ਆਨੰਦ ਦੀ ਅਵਸਥਾ ਨਹੀਂ ਬਣੇ। ਹਾਂਜੀ ਮਿੱਤਰ ਸਾਹਿਬ ਅੱਗੇ ਬੋਲੋ ਜੀ। ਜਿਨੇ ਤੂੰ ਸੇਵਿਆ ਤਿਨੇ ਸੁਖ ਪਾਇਆ, ਜਿਨ੍ਹਾਂ ਨੇ ਵੀ ਮਾਲਕ ਪਰਮਾਤਮਾ ਦੀ ਭਗਤੀ ਕੀਤੀ ਉਹਨਾਂ ਨੇ ਸੁਖ ਪਾ ਲਿਆ। ਹੋਰ ਤਿਸ ਦੀ ਰੀਸ ਕਰੇ ਕਿਆ ਕੋਈ, ਔਰ ਜਿਨੇ ਮਾਲਕ ਦੀ ਭਗਤੀ ਕੀਤੀ ਆ, ਜਿਨੇ ਸੁਖ ਪਾਇਆ, ਉਹਦੀ ਬਰੋਬਰੀ ਕੋਈ, ਉਹਦੀ ਰੀਸ ਕੋਈ ਕਰ ਨਹੀਂ ਸਕਦਾ ਭਾਈ। ਹਾਂਜੀ ਵੀਰ ਜੀ ਸਹੀ ਹੈ ਜੀ। ਕਹਿੰਦੇ ਜਿੰਨੇ ਉਸ ਨੂੰ ਧਿਆਇਆ, ਉਹਦੀ ਬੰਦਗੀ ਕੀਤੀ ਆ, ਸੱਚ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ, ਕੇਵਲ ਗੱਲਾਂ ਨਹੀਂ ਕੀਤੀਆਂ, ਸੱਚ ਨੂੰ ਜੀਵਨ 'ਚ ਹੰਡਾਇਆ, ਤੇ ਉਹਨੇ ਫਿਰ ਕੀ, ਉਹਨੂੰ ਕੀ ਪ੍ਰਾਪਤ ਹੋਇਆ? ਉਹਨੂੰ ਸੁੱਖ ਦੀ ਪ੍ਰਾਪਤੀ ਹੋਈ। ਹਾਂ ਦੇਖੋ ਜਦ ਤੱਕ ਤੁਸੀਂ ਸੱਚ ਤੇ ਨਹੀਂ ਚੱਲਦੇ, ਸੱਚ ਨੂੰ ਆਪਣੇ ਜੀਵਨ 'ਚ ਨਹੀਂ ਲੈ ਕੇ ਆਉਂਦੇ, ਤੁਸੀਂ ਸੁਖੀ ਨਹੀਂ ਹੋ ਸਕਦੇ। ਨਹੀਂ ਹੋ ਸਕਦੇ, ਬਿਲਕੁਲ ਸਹੀ। ਬਾਣੀ 'ਚ ਲਿਖਿਆ ਨਾਨਕ ਦੁਖੀ ਹੈ ਸਭ ਸੰਸਾਰ। ਇੱਕ ਬੰਦੇ ਦੀ ਨਹੀਂ ਗੱਲ ਕੀਤੀ, ਕਹਿੰਦੇ ਸਰਬ ਜਗਤ ਦਾ ਰਾਜਾ ਦੁਖੀਆ। ਬਿਲਕੁਲ ਨਹੀਂ ਯਕੀਨ ਆਉਂਦਾ ਤਾਂ ਐਲਨ ਮਸਕ ਨੂੰ ਮੇਲ ਕਰਕੇ ਵੇਖ ਲਓ, ਉਹਨੂੰ ਕਹੋ ਸਰ ਆਰ ਯੂ ਹੈਪੀ, ਉਹਨੇ ਕਹਿਣਾ ਨਹੀਂ, ਬਸ ਹੋ ਗਈ। ਇਹ ਪਦਾਰਥ ਪੈਦਾ ਹੋ ਗਏ, ਇਹਦੇ ਨਾਲ ਮੈਂ ਤਰੱਕੀ ਕਰ ਲਈ, ਪੈਸਾ ਬਹੁਤ ਆ ਗਿਆ, ਅੱਜ ਮੈਂ ਦੁਨੀਆ ਦਾ ਸਭ ਤੋਂ ਅਮੀਰ ਇਨਸਾਨ ਬਣ ਗਿਆ, ਇੱਕ ਰਾਜਾ ਬਣ ਗਿਆ, ਮੇਰੇ ਜਿੰਨਾ ਪੈਸਾ ਕਿਸੇ ਕੋਲ ਹੈ ਨਹੀਂ। ਪਰ ਜੇ ਕਹੋ ਕਿ ਮੈਂ ਸੁਖੀ ਹੋ ਗਿਆ, ਉਹ ਇੱਕ ਅਲੱਗ ਚੀਜ਼ ਹੈ। ਪਦਾਰਥਾਂ ਦੇ ਵਿੱਚ ਸੁੱਖ ਨਹੀਂ, ਇਹ ਬਿਲਕੁਲ ਨਹੀਂ ਹੈਗਾ। ਜੇਕਰ ਯਕੀਨ ਨਾ ਹੋਵੇ ਤਾਂ ਉਹਦੀਆਂ ਰਿਕਾਰਡਿੰਗਾਂ ਵੇਖੋ, ਵਿਚਾਰਾ ਉਹ ਕਾਫੀ ਨਿਰਾਸ਼ ਹੈਗਾ, ਦੁਖੀ ਹੈਗਾ। ਇਸੇ ਕਰਕੇ ਬਾਣੀ 'ਚ ਵੀ ਕਹਿ ਰਹੇ ਨੇ ਕਿ ਜਦੋਂ ਤੈਨੂੰ ਕੋਈ ਸੇਵਦਾ ਹੈ ਫਿਰ ਹੀ ਸੁੱਖ ਪਾਇਆ ਜਾਂਦਾ ਹੈ। ਜੇ ਕੋਈ ਤੇਰੀ ਰੀਸ ਵੀ ਕਰ ਰਿਹਾ ਨਿਜਰ ਸਾਹਿਬ, ਇਹ ਸੁੱਖ
ਬੋਲਦੇ ਅਗਲੇ ਬੰਦੇ ਕੀ, ਇਹਦਾ ਕੀ ਮਤਲਬ? ਹੋਰ ਤਿਸ ਦੀ ਰੀਸ ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਕਹਿੰਦੇ ਜਿਨ੍ਹਾਂ ਨੇ ਮਾਲਕ ਦੀ ਭਗਤੀ ਕੀਤੀ ਆ, ਜਿਨ੍ਹਾਂ ਨੇ ਧਿਆਨ ਸਿਮਰਨ ਕੀਤਾ ਆ, ਜਿਨ੍ਹਾਂ ਨੇ ਸਹੀ ਗੁਰੂ ਤੋਂ ਗਿਆਨ ਲੈ ਕੇ ਕਮਾਈ ਕੀਤੀ ਆ, ਕਹਿੰਦੇ ਉਹਦੀ ਰੀਸ ਦੂਸਰਾ ਕੋਈ ਨਹੀਂ ਕਰ ਸਕਦਾ ਭਾਈ। ਖਾਲੀ ਰੀਸ ਕਰਨ ਦੇ ਨਾਲ ਗੱਲ ਨਹੀਂ ਬਣਨੀ ਭਾਈ। ਹਾਂਜੀ ਵੀਰ ਜੀ। ਠੀਕ ਹੈ ਜੀ, ਜਿਹਨੇ ਭਗਤੀ ਕੀਤੀ ਆ, ਆਤਮ ਤੱਤ ਨੂੰ ਜਾਣ ਲਿਆ ਜੀ, ਉਹਨੇ ਸੁਖ ਨੂੰ ਪ੍ਰਾਪਤ ਕਰ ਲਿਆ। ਤੇ ਦੂਜਾ ਬੰਦਾ ਉਸ ਦੀ ਰੀਸ ਨਹੀਂ ਕਰ ਸਕਦਾ, ਭਾਵੇਂ ਉਹਦੇ ਕੋਲ ਕੁਝ ਮਰਜ਼ੀ ਹੋਵੇ, ਜੋ ਕੁਝ ਮਰਜ਼ੀ ਹੋਵੇ, ਉਹਦੀ ਬਰੋਬਰੀ ਨਹੀਂ ਕਰ ਸਕਦਾ, ਚਾਹੇ ਜੋ ਮਰਜ਼ੀ। ਦੇਖੋ ਜਦ ਤੱਕ ਉਹ ਪ੍ਰਮਾਤਮਾ ਦੀ ਭਗਤੀ ਉਹਨੇ ਕੀਤੀ ਹੈ, ਜੇ ਉਹ ਵੀ ਪ੍ਰਮਾਤਮਾ ਦੀ ਭਗਤੀ ਕਰ ਲਏਗਾ ਤਾਂ ਨਹੀਂ, ਉਹਨੇ ਪਰਮਾਤਮਾ ਦੀ ਭਗਤੀ ਕੀਤੀ ਹੈ, ਜਿਹਨੇ ਤੂੰ ਸੇਵਿਆ, ਜਿਸਨੇ ਮਾਲਕ ਦੀ ਸੇਵਾ ਕੀਤੀ ਹੈ, ਮਾਲਕ ਦੀ ਭਗਤੀ ਕੀਤੀ, ਉਹਨੇ ਸੁਖ ਪ੍ਰਾਪਤ ਕਰ ਲਿਆ। ਹੋਰ ਤਿਸ ਦੀ ਰੀਸ ਕਰੇ ਕਿਆ ਕੋਈ। ਹੋਰ ਕੋਈ ਕਰਮ ਜਿਹੜਾ ਹੈਗਾ, ਹੋਰ ਕੋਈ ਕੰਮ ਜਿਹੜਾ ਹੈਗਾ ਕਰਕੇ ਕੋਈ ਉਸ ਦੀ ਰੀਸ ਨਹੀਂ ਕਰ ਸਕਦਾ, ਉਸ ਜਗ੍ਹਾ ਤੇ ਨਹੀਂ ਪਹੁੰਚ ਸਕਦਾ ਜਿਸ ਜਗ੍ਹਾ ਤੇ ਭਗਤੀ ਕਰਕੇ ਇਨਸਾਨ ਜਿਹੜਾ ਹੈਗਾ ਪਹੁੰਚ ਸਕਦਾ ਹੈ। ਤੂੰ ਭੰਨਣ ਕਰਨ ਸਮਰੱਥ ਦਾਤਾਰ ਹੈ, ਤੁਧ ਅੱਗੇ ਮੰਗਣ ਨੂੰ ਹੱਥ ਜੋੜ ਖਲੀ ਸਭ ਹੋਈ। ਕਹਿੰਦੇ ਤੂੰ ਜਿਹੜਾ ਹੈਗਾ, ਤੂੰ ਭੰਨ ਤੋੜ ਕਰਨ ਦੇ ਸਮਰੱਥ ਹੈਗਾ। ਇਹ ਤੂੰ ਜਿਹੜਾ ਹੈਗਾ ਕੋਈ ਵੀ ਚੀਜ਼, ਇਹ ਸ੍ਰਿਸ਼ਟੀ ਜਿਹੜੀ ਧਰਤੀ ਜਿਹੜੀ ਹੈਗੀ ਆ, ਸਾਰਾ ਬਣਾਉਣ ਦੇ ਸਮਰੱਥ ਆ ਤੇ ਉਹਨੂੰ ਜਿਹੜਾ ਹੈਗਾ ਤੋੜਨ ਦੇ ਵੀ ਸਮਰੱਥ ਹੈਗਾ। ਤੂੰ ਦਾਤਾ ਹੈਗਾ ਆ, ਸਾਰੀਆਂ ਦਾਤਾਂ ਤੇਰੀਆਂ ਹੈਗੀਆਂ, ਤੇਰੇ ਤੋਂ ਆਈਆਂ ਹੈਗੀਆਂ, ਤੇ ਸਾਰਿਆਂ ਨੂੰ ਦਾਤ ਤੂੰ ਦੇ ਰਿਹਾ ਆ। ਔਰ ਤੇਰੇ ਅੱਗੇ ਹੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ ਉਹ ਮੰਗਤਾ ਬਣ ਕੇ ਖੜੀ ਹੋਈ ਆ। ਹਾਂਜੀ ਵੀਰ ਜੀ। गोरखी साहब मेरी आवाज आ रही है? हाँ जी आ रही है जी, आ रही है नेजर साहब। हाँ गोरखी साहब शायद। हाँ जी गोरखी साहब मेरी आवाज आ रही है? हाँ नेजर साहब नेटवर्क काफी बैड है, चलो कोई नहीं, ठीक है। हाँ तुद जेवड़ दातार मैं कोई नजर ना आवई, तुद सबसे नु दान दिता। हाँ नेजर साहब कोई गल नहीं, नेटवर्क काफी पुअर है, ज्यादा मेरी साइड तो पुअर है। हाँ आ रही है नेजर साहब, आ रही है आवाज। हाँ ठीक है जी। तुद जेवड़ दातार, तुद जेवड़ दातार मैं कोई नजर ना आवई, तुद सबसे नु दान दिता। खंडी वर पंडी पाताली पुरी सब लोई। ਕਹਿੰਦੇ ਤੇਰੇ ਵਰਗਾ ਦਾਤਾ ਮੈਨੂੰ ਕੋਈ ਸ੍ਰਿਸ਼ਟੀ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਤੂੰ ਸਾਰਿਆਂ ਨੂੰ ਦਾਨ ਦੇ ਰਿਹਾ ਆ, ਤੇਰੇ ਭੰਡਾਰੇ ਜਿਹੜੇ ਹੈਗੇ ਭਰਪੂਰ ਹੈਗੇ ਆ। ਤੂੰ ਖੰਡਾਂ ਬ੍ਰਹਮੰਡਾਂ ਦੇ ਵਿੱਚ, ਪਤਾਲਾਂ ਦੇ ਵਿੱਚ, ਪਾਣੀ ਦੇ ਵਿੱਚ, ਆਕਾਸ਼ ਦੇ ਵਿੱਚ, ਜਿਹੜਾ ਧਰਤੀ ਦੇ ਉੱਤੇ ਹਰ ਜਗ੍ਹਾ ਤੇ ਤੂੰ ਜਿਹੜਾ ਹੈਗਾ, ਜਿੱਥੇ ਵੀ ਜੀਵ ਹੈਗੇ, ਤੂੰ ਸਾਰਿਆਂ ਨੂੰ ਦਾਨ ਦੇ ਰਿਹਾ ਆ। ਖੰਡਾਂ ਬ੍ਰਹਮੰਡਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਸਾਰੀ ਲੋਕਾਈ ਨੂੰ ਜਿਹੜਾ ਹੈਗਾ ਤੂੰ ਹੀ ਫੀਡ ਕਰ ਰਿਹਾ ਹੈ ਮਾਲਕਾ। ਤੇਰੇ ਵਰਗਾ ਹੋਰ ਕੋਈ ਦਾਤਾ ਨਹੀਂ ਹੈਗਾ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਇੱਥੇ ਸਾਧ ਸੰਗਤ ਜੀ, ਉਮੀਦ ਹੈ ਕਿ ਮੇਰੀ ਆਵਾਜ਼ ਤੁਹਾਡੇ ਕੋਲ ਪਹੁੰਚਦੀ ਹੈ। आ रही है जी, आ रही है। दो तुका रह आ रही है। कहते ने कि मेरे पिता तू भनन वाला है, तू घड़न वाला है, तू समर्थ दातार है, तू केवल तू है। तू चीज नू बना भी सकता, चीज नू नष्ट भी कर देना। देखो ते फिर कहते तेरे तो ही सारा कुछ रिजक मिल रहा है। देखो धरती ते जेकर आप आए हैं, ਇੱਥੇ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਜੀ, ਸਾਨੂੰ ਅੱਗ ਦੀ ਲੋੜ ਹੈ ਤੇ ਅੱਗ ਅਵੇਲੇਬਲ ਹੈਗੀ ਆ, ਪਾਣੀ ਦੀ ਲੋੜ ਹੈ ਸਾਡੇ ਕੋਲ ਤੇ ਪਾਣੀ ਹੈਗਾ, ਸਾਨੂੰ ਹਵਾ ਦੀ ਲੋੜ ਹੈ ਤੇ ਹਵਾ ਹੈਗੀ ਆ। ਸਾਡੇ ਲਈ ਹਵਾ ਨੂੰ ਪਿਉਰੀਫਾਈ ਕਰਨ ਦੇ
ਲਈ ਰੁੱਖ ਲਾਏ ਗਏ ਨੇ। ਸਾਨੂੰ ਜਿਹੜੀ ਸਬਜ਼ੀ ਦੀ ਲੋੜ ਆ ਉਹ ਸਬਜ਼ੀ ਅਵੇਲੇਬਲ ਆ, ਸਾਨੂੰ ਜਿਹੜੇ ਫਲ ਦੀ ਲੋੜ ਆ ਫਲ ਅਵੇਲੇਬਲ ਆ, ਸਾਨੂੰ ਜਿਹੜੀ ਦਾਲਾਂ ਦੀ ਲੋੜ ਆ ਦਾਲਾਂ ਅਵੇਲੇਬਲ ਆ। ਅਸੀਂ ਕੱਪੜੇ ਪਾਉਣੇ ਆ, ਸਾਨੂੰ ਕੱਪੜਿਆਂ ਦੀ ਲੋੜ ਆ, ਇਸ ਲਈ ਕਪਾਹ ਬਣੀ ਹੈ। ਆਪ ਜਸਟ ਸੋਚੋ, ਸਾਨੂੰ ਨੈਲਨ ਦੇ ਕੱਪੜੇ ਦੀ ਲੋੜ ਹੈ, ਇਸ ਕਰਕੇ ਰੇਸ਼ਮ ਦੇ ਕੀੜੇ ਬਣੇ ਹੋਏ ਨੇ। ਆਪ ਜਸਟ ਸੋਚੋ ਇਹ ਸਾਰਾ ਕੁਝ ਕਿੱਥੋਂ ਆ ਰਿਹਾ ਹੈ। ਇਹ ਉਸੇ ਭੰਡਾਰੀ ਨੇ ਦਿੱਤਾ ਹੈ। ਗੋਰਖੀ ਸਾਹਿਬ ਦੀ ਆਵਾਜ਼ ਜਿਹੜੀ ਹੈ ਡਿਲੇ ਹੋ ਰਹੀ ਹੈ। ਉਸਨੇ ਪ੍ਰਕਿਰਤੀ ਵੀ ਬਣਾਈ ਹੈ ਤੇ ਪ੍ਰਕਿਰਤੀ ਦੇ ਵਿੱਚ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਉਹ ਚੀਜ਼ ਅਵੇਲੇਬਲ ਹੈ। ਫਿਰ ਅਗਲੇ ਬੰਦੇ ਕਹਿ ਰਹੇ ਨੇ ਤੁਧ ਜੀਵਨ ਦਾ ਤਾਰ ਮੈਂ ਕੋਈ ਨਜ਼ਰ ਨਾ ਆਵੇ। ਮੈਨੂੰ ਤੇ ਨਜ਼ਰ ਸਾਹਿਬ ਹਾਂਜੀ ਹਾਂਜੀ ਆ ਜਾ ਰਹੀ ਹੈ ਆਵਾਜ਼ ਦਾ ਕੁਮਾਰ ਆ ਰਹੀ ਹੈ ਤੁਹਾਡੀ ਆਵਾਜ਼, ਬੋਲੋ ਤੁਸੀਂ। ਇਹ ਬਾਰੇ ਉਹ ਕਹਿੰਦਾ ਗੋਰਖੀ ਸਾਹਿਬ ਆਵਾਜ਼ ਦਾ ਤਾਂ ਇਹ ਹਾਲ ਹੈ ਅੰਕਲ ਜੀ, ਜੇ ਤੁਸੀਂ ਨਾ ਇਹ ਉਸਤਾਦ ਜੀ ਨੂੰ ਕਹਿੰਦੇ ਆ ਤਾਂ ਉਹ 5-7 ਸੈਕਿੰਡ ਬਾਅਦ ਜਾ ਕੇ ਉਹਨਾਂ ਨੂੰ ਸੁਣਦਾ। ਆਪ ਇਹ ਹਿਸਾਬ ਲਾ ਲਓ ਕੀ ਹਾਲਾਤ ਨੇ। ਗੋਰਖੀ ਸਾਹਿਬ ਤੁਸੀਂ ਆਪਣਾ ਕੱਟ ਕੇ ਆਵਾਜ਼ ਪੂਰਾ ਤੁਸੀਂ ਦੁਬਾਰਾ ਆ ਜਾਓ, ਕੱਟ ਕੇ ਤੁਸੀਂ ਕੱਟ ਕੇ ਆ ਜਾਓ। ਨਹੀਂ, ਕੱਟ ਕੇ ਆ ਜਾਓ ਇੱਕ ਵਾਰੀ। ਹਾਂ, ਮੇਰੀ ਆਵਾਜ਼ ਸ਼ਾਇਦ ਸੁਣ ਨਹੀਂ ਰਹੀ ਗੋਰਖੀ ਸਾਹਿਬ ਨੂੰ। ਚਲੋ ਆਪਾਂ ਆਖਰੀ ਤੁਕ ਲੈ ਕੇ ਜਿਹੜਾ ਹੈਗਾ ਅੱਜ ਦਾ ਕਲੋਜ਼ ਕਰਦੇ ਹਾਂ ਜੀ। ਮੇਰੀ ਆਵਾਜ਼ ਤਾਂ ਆ ਰਹੀ ਹੈ ਸਾਰਿਆਂ ਨੂੰ? ਹਾਂਜੀ ਆ ਰਹੀ ਹੈ ਜੀ, ਆ ਰਹੀ ਹੈ। ਹਾਂਜੀ ਹਾਂਜੀ। ਤੁਧ ਜੇਵੜ ਦਾਤਾਰ ਮੈਂ ਕੋਈ ਨਜ਼ਰ ਹਾਂਜੀ ਵੀਰ ਜੀ, ਹੁਣ ਠੀਕ ਹੈ। ਅੱਜ ਤੇ ਨਹੀਂ ਠੀਕ ਹੈ। ਅੱਜ ਤੇ ਬਹੁਤ ਬੁਰਾ ਹਾਲ ਹੈ। ਆ ਰਹੀ ਹੈ ਤੁਹਾਡੀ, ਹੁਣ ਆ ਰਹੀ ਹੈ ਜੀ, ਕਰੋ ਤੁਸੀਂ। ਚਲੋ ਠੀਕ ਹੈ। ਹਾਂਜੀ ਲਾਜ ਤੇ ਤੁਕ ਜਿਹੜੀ ਹੈਗੀ ਤੁਧ ਜੇਵੜ ਦਾ ਤਾਰ। ਦੇਖੋ ਇੱਥੇ ਮੈਂ ਪਹਿਲਾਂ ਵੀ ਬੋਲਿਆ 2 ਮਿੰਟ ਕਿ ਇਹ ਜੋ ਵੀ ਦਾਤਾਰ ਆ ਉਹ ਦੇਣ ਵਾਲਾ ਹੈ, ਉਹ ਪਰਮਾਤਮਾ ਹੀ ਹੈ। ਜੇ ਉਹਨੇ ਕੋਈ ਚੀਜ਼ ਦਿੱਤੀ ਹੈ ਤੇ ਆਪਾਂ ਉਸ ਨੂੰ ਇਸਤੇਮਾਲ ਕਰ ਸਕਦੇ ਹਾਂ। ਜੇ ਉਹਨੇ ਨਹੀਂ ਦਿੱਤੀ ਤੇ ਚੀਜ਼ ਆਪਾਂ ਇਸਤੇਮਾਲ ਨਹੀਂ ਕਰ ਸਕਦੇ। ਅਸੀਂ ਧਰਤੀ ਤੇ ਆਏ ਹਾਂ, ਸਾਡੇ ਤੋਂ ਪਹਿਲਾਂ ਸਾਡੀ ਲੋੜ ਦਾ ਜੋ ਵੀ ਸਮਾਨ ਸੀ ਅਵੇਲੇਬਲ ਸੀ। ਪਾਣੀ ਦੀ ਲੋੜ ਸੀ, ਹਵਾ ਦੀ ਲੋੜ ਸੀ, ਆਕਾਸ਼ ਦੀ ਲੋੜ ਸੀ, ਅਗਨੀ ਦੀ ਲੋੜ ਸੀ, ਧਰਤੀ ਦੀ ਲੋੜ ਸੀ। ਇਹ ਚੀਜ਼ਾਂ ਆਲਰੇਡੀ ਪਹਿਲਾਂ ਹੀ ਅਵੇਲੇਬਲ ਨੇ, ਮਨੁੱਖਾਂ ਤੋਂ ਪਹਿਲਾਂ ਹੀ ਅਵੇਲੇਬਲ ਨੇ। ਇਹਦਾ ਮਤਲਬ ਅਵੇਲੇਬਲ ਕਰਾਉਣ ਵਾਲਾ ਕੌਣ ਆ? ਇਹ ਕੇਵਲ ਪਰਮਾਤਮਾ ਹੀ ਹੈ। ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਜੀ। ਬਿਲਕੁਲ ਸਹੀ ਹੈ ਗੋਰਖੀ ਸਾਹਿਬ, ਹੁਣ ਆਵਾਜ਼ ਬਿਲਕੁਲ ਵਧੀਆ ਆ ਰਹੀ ਹੈ। ਤੁਸੀਂ 5 ਮਿੰਟ ਹੋਰ ਲੈ ਸਕਦੇ ਹੋ। ਆਵਾਜ਼ ਤੇ ਅੱਜ ਕਥਾ ਹੀ ਭੁੱਲ ਗਈ ਮੈਨੂੰ, ਇੰਨਾ ਡਿਸਟਰਬੈਂਸ ਹੋ ਗਈ। ਤੇ ਇੱਥੇ ਅੱਜ ਦੀ ਜੋ ਬਾਣੀ ਹੈ, ਬਾਣੀ ਦੇ ਵਿੱਚ ਆਪਾਂ ਸਾਰ ਕੱਢਦੇ ਹਾਂ। ਪਲੀਜ਼ ਆਪ ਥੋੜਾ ਜਿਹਾ ਪੇਸ਼ੈਂਟ ਰੱਖੋ, ਕਿਉਂਕਿ ਉਹ ਸਾਡੇ ਤੇ ਵੱਸ ਦੀ ਗੱਲ ਨਹੀਂ ਹੈ, ਇਹ ਤੇ ਆਊਟ ਆਫ ਆਵਰ ਸੋਰਸ। ਤੇ ਇੱਥੇ ਦੇਖੋ ਬਾਣੀ 'ਚ ਇਹ ਗੱਲ ਸਮਝਾਈ ਗਈ ਆ ਕਿ ਦੇਖੋ ਜਿੱਥੇ ਜੀਵਨ ਹੈ ਨਾ, ਜੀਵਨ ਨੂੰ ਜਿਉਣਾ ਹੈ। ਉਹ ਕਿੱਦਾਂ ਜਿਉਣਾ ਹੈ? ਜਿੱਦਾਂ ਉਹਨੂੰ ਚੰਗਾ ਲੱਗਦਾ। ਫਿਰ ਤੁਸੀਂ ਜੀਵਨ ਨੂੰ ਬਤੀਤ ਕਰੋ, ਫਿਰ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਸੱਚਿਆਰੇ ਆਪੇ ਹੋ ਜਾਣਾ, ਕਿਉਂਕਿ ਸੱਚ ਨੂੰ ਅੱਗੇ ਰੱਖਿਆ ਨਾ। ਮਨਦੀਪ ਜੀ ਤੁਸੀਂ ਜਨਰੇਟਰ ਚਾਲੂ ਕਰਤਾ ਲੱਗਦਾ। ਮੈਂ ਕਰਦਾ ਜੀ। ਅੱਜ ਤੇ ਨਿੱਜਾ ਸਾਹਿਬ ਕਮਾਲ ਹੀ ਹੋ ਗਿਆ ਅੱਜ ਤੇ ਆਵਾਜ਼ ਵਾਲਾ। ਹੋ ਗਿਆ ਬੰਦ ਜੀ।
ਜਨਰੇਟਰ ਬੰਦ ਹੋ ਗਿਆ। ਹਾਂਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਹੋ ਗਈ ਜੀ। ਫਿਰ ਕਹਿੰਦੇ ਆ ਕਿ ਤੂੰ ਪ੍ਰਮਾਤਮਾ, ਤੂੰ ਭੰਨਣ ਵਾਲਾ ਵੀ ਆ ਤੇ ਤੋੜਨ ਵਾਲਾ ਵੀ ਆ ਤੇ ਜੋੜਨ ਵਾਲਾ ਵੀ ਆ। ਤੂੰ ਤੋੜ ਵੀ ਸਕਦਾ ਤੇ ਤੂੰ ਜੋੜ ਵੀ ਸਕਦਾ। ਇਹ ਪ੍ਰਮਾਤਮਾ ਹੀ ਜੋੜ ਸਕਦਾ, ਆਪਾਂ ਨਹੀਂ ਜੋੜ ਸਕਦੇ। ਤੇ ਨਾ ਆਪਾਂ ਬਹੁਤ ਛੋਟੇ ਲੈਵਲ ਦਾ ਹੀ ਕੰਮ ਕਰ ਸਕਦੇ ਹਾਂ, ਬਹੁਤੇ ਵੱਡੇ ਲੈਵਲ ਦਾ ਕੰਮ ਨਹੀਂ ਕਰ ਸਕਦੇ। ਅੱਜ ਦੀ ਵਿਚਾਰ ਇੱਥੇ ਸਮਾਪਤ ਨੇ ਜੱਸਾ। ਹੁਣ ਕੱਲ ਕਰਾਂਗੇ ਚਰਚਾ ਆਪਾਂ। ਠੀਕ ਹੈ ਵੀਰ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦੇ ਆ, ਵਿਚਾਰ ਕਰਦੇ ਆ, ਬਾਣੀ ਸਰਵਣ ਕਰਦੇ ਆ। ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ, ਨਿਦਾਨ ਬੱਚੇ ਸਮਝ ਕੇ ਮਾਫ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਮੇਰੇ ਪਿਤਾ ਸਮਤ ਬਖਸ਼ੋ, ਇਸੇ ਤਰ੍ਹਾਂ ਸਾਨੂੰ ਗਿਆਨ ਬਖਸ਼ੋ। ਜੋ ਵੀ ਸਾਡੇ ਰਸਤੇ 'ਚ ਰੁਕਾਵਟ ਆਉਂਦੀ ਹੈ ਉਹਨੂੰ ਦੂਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਸਾਹ ਸੰਗੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ